ਸਤਿ ਸ਼੍ਰੀ ਅਕਾਲ ਜੀ। ਤੇ ਕਾਫੀ ਭਾਰੀ ਡਿਮਾਂਡ ਤੇ ਆਪਾਂ ਅੱਜ ਸ਼ੁਰੂ ਕਰ ਰਹੇ ਹਾਂ ਬੇਟੇ ਡਾਟਾ ਸਟਰਕਚਰ। ਚਿੰਤਾ ਨਾ ਕਰੋ, ਸ਼ਾਮ ਤੱਕ ਡਾਟਾ ਸਟਰਕਚਰ ਖਤਮ ਕਰ ਦਾਂਗੇ। ਤੁਹਾਨੂੰ ਮੈਂ ਕਿਹਾ ਆਪਰੇਸ਼ਨ ਤਾਂ ਹੀ ਲੇਟ ਕਰਵਾ ਰਹੇ ਹਾਂ 2 ਦਿਨ। ਮਤਲਬ ਕਿ 10 ਤਰੀਕ ਨੂੰ ਆਪਰੇਸ਼ਨ ਸੀਗਾ ਨਾ, ਉਹਦਾ ਲੇਟ ਕਰਾਉਣ ਦਾ ਕਾਰਨ ਇਹੀ ਸੀਗਾ ਭਾਈ ਤੁਹਾਡੀ ਸਟੱਡੀ ਨਾ ਖਰਾਬ ਹੋਵੇ, ਕਿਉਂਕਿ ਆਪਣੇ ਵਰਡਸ ਦੇ ਉੱਪਰ ਰਹਿਣਾ ਬੰਦੇ ਵਾਸਤੇ ਬਹੁਤ ਜ਼ਰੂਰੀ ਗੱਲ ਹੈ। ਬੰਦੇ ਦਾ ਕਿਰਦਾਰ ਤਾਂ ਹੀ ਪਤਾ ਲੱਗਦਾ ਹੈ ਨਾ। ਤੇ ਤੁਹਾਡੇ ਨਾਲ ਮੇਰੇ ਵਰਡਸ ਹੋਏ ਸੀਗੇ ਵੀ ਮੈਂ ਤੁਹਾਨੂੰ ਸਿਲੇਬਸ ਕੰਪਲੀਟ ਕਰਵਾਉਂਗਾ। ਉਹ ਹੁਣ ਮੇਰੀ ਸਿਰਦਰਦੀ ਹੈ। ਠੀਕ ਹੈ, ਉਹ ਮੇਰੀ ਸਿਰਦਰਦੀ ਸੀ, ਜਿਵੇਂ ਮਰਜ਼ੀ ਕਰਵਾਵਾਂ। ਠੀਕ ਹੈ, ਤੇ ਚਲੋ ਆਪਾਂ ਸਟਾਰਟ ਕਰਦੇ ਬੇਟੇ, ਗੱਲਾਂ ਨਾ ਜ਼ਿਆਦਾ ਕਰਦੇ ਹੋਏ ਡਾਟਾ ਸਟਰਕਚਰ ਸਟਾਰਟ ਕਰ ਰਹੇ ਹਾਂ। ਤੇ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ, ਤਾਂ ਇੱਕ એનર્ਜੀ ਜੀ ਮਿਲ ਜਾਵੇ ਆਪਾਂ ਨੂੰ। ਠੀਕ ਹੈ, ਤੇ ਡਾਟਾ ਸਟਰਕਚਰ ਦੇ ਵਿੱਚ ਆਉਣਗੀਆਂ ਤੁਹਾਡੀਆਂ 2 ਤੇ 3 ਵੀਡੀਓ, ਸ਼ਾਇਦ ਮੇ ਵੀ 2 ਦੇ ਵਿੱਚ ਹੀ ਕੰਪਲੀਟ ਕਰ ਦਵਾਂ। ਤੇ ਇਹਦੇ ਵਿੱਚ ਹੁਣ ਦੇਖੋ, ਤੁਸੀਂ ਨਾ ਰੀਡ ਕਰਨ ਦੇ ਵਿੱਚ ਟਾਈਮ ਨਾ ਖਰਾਬ ਕਰੋ, ਸਿਰਫ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਕਨਸੈਪਟ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜਦੋਂ ਤੁਹਾਨੂੰ ਕਨਸੈਪਟ ਸਮਝ ਆ ਗਿਆ ਬੇਟੇ, ਨਾਲੇ ਤੁਹਾਨੂੰ ਐਗਜ਼ਾਮ ਦੇ ਵਿੱਚ ਈਜ਼ੀ ਹੋ ਜਾਊਗਾ, ਨਾਲੇ ਤੁਹਾਨੂੰ ਜਿਹੜੇ ਤੁਸੀਂ ਨੋਟਸ ਲਏ ਆ ਐਮਸੀਕਿਊ, ਉਹ 1500 ਐਮਸੀਕਿਊ ਬੇਟੇ ਐਂ ਕਰੋ, ਉਹ ਮੇਰੀ ਦਿਨ ਰਾਤ ਦੀ ਮਿਹਨਤ ਹੈ। ਉਹ 1500 ਜਿਹੜੇ ਤੁਹਾਨੂੰ ਐਮਸੀਕਿਊ ਦਿੱਤੇ ਆ ਨਾ, ਉਹ ਨਿਚੋੜ ਕੱਢ ਕੇ ਦਿੱਤੇ ਆ, ਕਿਉਂਕਿ ਪੜ੍ਹਨ ਨੂੰ ਤਾਂ ਬਥੇਰਾ ਕੁਝ ਹੈਗਾ, ਬਟ ਹਮੇਸ਼ਾ ਤੁਸੀਂ ਨਾ ਕੁਆਲਿਟੀ ਤੇ ਵਿਸ਼ਵਾਸ ਕਰਿਆ ਕਰੋ, ਕੁਆਂਟੀਟੀ ਤੇ ਨਾ ਕਰਿਆ ਕਰੋ ਵੀ 1500 ਘੱਟ ਨੇ। 1500 ਮੇਰੇ ਹਿਸਾਬ ਨਾਲ ਬਹੁਤ ਨੇ। ਜੇ ਤੁਸੀਂ 1500 ਕਰ ਜਾਓਗੇ ਨਾ, 70% ਤੁਹਾਡਾ ਉੱਥੇ ਕਵਰ ਹੋ ਜਾਣਾ ਹੈ, ਤੇ ਜਿਹੜਾ ਰਹਿ ਗਿਆ 30% ਹੈ ਬੇਟੇ, ਉਹ ਤੁਹਾਡਾ ਥਿਊਰੀ ਤੋਂ ਕਵਰ ਹੋ ਜਾਣਾ ਹੈ। ਤਾਂ ਕਹਿਣ ਦਾ ਮਤਲਬ ਹੁਣ ਸਮਝਣੀ ਹੈ, ਥਿਊਰੀ ਰੱਟੇ ਨਹੀਂ ਮਾਰਨੇਗੇ। ਤੇ ਮਤਲਬ ਕਿ ਥਿਊਰੀ ਨੂੰ ਪੜ੍ਹਨ ਦੀ ਜ਼ਰੂਰਤ ਨਹੀਂ, ਸਿਰਫ ਸਮਝਣ ਦੀ ਜ਼ਰੂਰਤ ਹੈ। ਚਲੋ ਜੀ, ਆਪਾਂ ਗੱਲ ਕਰਦੇ ਹਾਂ ਜੀ ਡਾਟਾ ਸਟਰਕਚਰ ਦੀ। ਨਾਮ ਤੋਂ ਕਲੀਅਰ ਹੈ ਬੇਟੇ, ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਵੀ ਇਹਦੇ ਅੰਦਰ ਹੀ ਇਹਦਾ ਮੀਨਿੰਗ ਛੁਪਿਆ ਹੁੰਦਾ ਹੈ। ਜਿਹੜਾ ਡਾਟਾ ਸਟਰਕਚਰ ਹੈ ਰਾਜੇ, 2 ਵਰਡ ਤੋਂ ਬਣਿਆ, ਪਹਿਲਾ ਹੈਗਾ ਡਾਟਾ ਤੇ ਦੂਜਾ ਹੈਗਾ ਸਟਰਕਚਰ। ਹੁਣ ਆਪਾਂ ਕੋਈ ਵੀ ਕੰਮ ਕਰਦੇ ਹਾਂ, ਕੋਈ ਪ੍ਰੋਗਰਾਮ ਬਣਾ ਰਹੇ ਹਾਂ, ਕੋਈ ਆਪਾਂ ਸੌਫਟਵੇਅਰ ਤਿਆਰ ਕਰ ਰਹੇ ਹਾਂ, ਉਹਦੇ ਵਾਸਤੇ ਡਾਟਾ ਹੋਣਾ ਜ਼ਰੂਰੀ ਹੈ। ਤੇ ਡਾਟਾ ਕੀ ਚੀਜ਼ ਹੁੰਦੀ ਹੈ? ਡਾਟਾ ਹੁੰਦੀ ਹੈ ਰਾਜੇ ਕਲੈਕਸ਼ਨ ਆਫ ਰॉ ਮਟੀਰੀਅਲ। ਹੁਣ ਡਾਟਾ ਕੀ ਹੁੰਦਾ? ਮੰਨ ਲਓ ਡਾਟਾ ਕੁਝ ਵੀ ਹੋ ਸਕਦਾ, ਸਟੂਡੈਂਟ ਦੀ ਇਨਫੋਰਮੇਸ਼ਨ ਹੋ ਸਕਦੀ ਹੈ, ਕਿਸੇ ਸ਼ਹਿਰ ਦਾ ਨਾਮ ਹੋ ਸਕਦਾ ਹੈ, ਕਿਸੇ ਦਾ ਰੋਲ ਨੰਬਰ ਹੋ ਸਕਦਾ ਹੈ, ਕਿਸੇ ਦੇ ਮਾਰਕਸ ਹੋ ਸਕਦੇ, ਸਾਰਾ ਕੀ ਇੱਕ ਡਾਟਾ ਹੈ। ਤਾਂ ਉਸ ਡਾਟਾ ਨੂੰ ਕਿਸੇ ਸਟਰਕਚਰ ਦੇ ਵਿੱਚ ਕੀ ਕਰਨਾ, ਪਾਉਣਾ, ਉਸ ਨੂੰ ਆਪਾਂ ਕਹਿ ਦਾਂਗੇ ਡਾਟਾ ਸਟਰਕਚਰ। ਠੀਕ ਹੈ ਜੀ, ਡਾਟਾ ਨੂੰ ਸੰਭਾਲ ਕੇ ਰੱਖਣਾ ਕਿਸੇ ਨਾ ਕਿਸੇ ਸਟਰਕਚਰ ਦੇ ਵਿੱਚ, ਜਾਂ ਫਿਰ ਉਹਦੇ ਉੱਪਰ ਆਪਾਂ ਕੋਈ ਆਪਰੇਸ਼ਨ ਕਰ ਸਕਦੇ ਹਾਂ। ਇਹਦੀ ਜਿਹੜੀ ਮੈਂ ਬੈਸਟ ਐਗਜ਼ਾਮਪਲ ਦੇ ਰਿਹਾ, ਤੁਹਾਡੇ ਸਾਰਿਆਂ ਦੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਹੈ। ਆਪਣੇ ਮੋਬਾਈਲ ਫੋਨ ਦੇ ਵਿੱਚ ਕੀ ਹੁੰਦੀ ਹੈ? ਇੱਕ ਕੰਟੈਕਟ ਲਿਸਟ ਹੁੰਦੀ ਹੈ, ਜਾਂ ਕੰਟੈਕਟ ਲਿਸਟ ਕਹਿ ਲਓ, ਜਾਂ ਕੰਟੈਕਟ ਬੁੱਕ ਕਹਿ ਲਓ। ਉਹਦੇ ਵਿੱਚ ਕੀ ਹੁੰਦੇ ਆ, ਵੀ ਜਿੰਨੇ ਵੀ ਆਪਣੇ ਫਰੈਂਡਸ ਹੁੰਦੇ ਨੇ, ਜਾਂ ਆਪਣੇ ਟੀਚਰਸ ਨੇ, ਜਾਂ ਆਪਣੇ ਰਿਸ਼ਤੇਦਾਰ ਨੇ, ਸਾਰਿਆਂ ਦੇ ਕੀ ਆਪਾਂ ਨੰਬਰ ਸੇਵ ਕਰਦੇ ਹਾਂ। ਹੁਣ ਆਪਾਂ ਕੀ ਕਰ ਸਕਦੇ ਹਾਂ? ਮੰਨ ਲਓ ਮੈਂ ਐਸ ਨਾਮ ਦੇ ਬੰਦੇ ਨੂੰ, ਮੰਨ ਲਓ ਸੰਦੀਪ ਨੂੰ ਕਾਲ ਕਰਨੀ ਹੈ, ਤੇ ਮੈਂ ਐਸ ਤੇ ਜਾ ਕੇ ਸਰਚ ਕਰੂੰਗਾ, ਤਾਂ ਐਸ ਵਾਲੇ ਸਾਰੇ ਨੰਬਰ ਮੇਰੇ ਸਾਹਮਣੇ ਡਿਸਪਲੇ ਹੋ ਜਾਂਦੇ ਆ। ਉਹਨੂੰ ਕਹਿ ਦਿੰਦੇ ਆ ਸਰਚਿੰਗ ਕਰਨੀ। ਹਾਂ, ਹੁਣ ਕੋਈ ਕੋਈ ਦੋਸਤ ਕਿਸੇ ਨੇ ਤੁਹਾਡੇ ਨੇ ਪੁਰਾਣਾ ਨੰਬਰ ਕੀ ਕਰਤਾ, ਚੇਂਜ ਕਰਤਾ, ਤੁਸੀਂ ਡਿਲੀਟ ਕਰਨਾ ਹੈ। ਤੁਸੀਂ ਮੰਨ ਲਓ ਆਰ ਨਾਮ ਦਾ, ਰਾਜ ਨਾਮ ਦਾ ਇੱਕ ਕੰਟੈਕਟ ਸੀਗਾ, ਉਹਨੂੰ ਡਿਲੀਟ ਕਰਨਾ ਹੈ, ਤਾਂ ਉਹਨੇ ਨੰਬਰ ਚੇਂਜ ਕਰ ਲਿਆ, ਜਾਂ ਉਹਨੇ ਉਹ ਨੰਬਰ ਬਦਲ ਗਿਆ। ਠੀਕ ਹੈ, ਤਾਂ ਤੁਸੀਂ ਡਿਲੀਟ ਵੀ ਕਰ ਸਕਦੇ ਹੋ। ਨਵੇਂ ਬੰਦੇ ਦਾ ਨੰਬਰ ਐਡ ਕਰਨਾ, ਤੁਸੀਂ ਐਡ ਵੀ ਕਰ ਸਕਦੇ ਹੋ। ਤਾਂ ਉਹ ਇੱਕ ਕਿਸੇ ਨਾ ਕਿਸੇ ਸਟਰਕਚਰ ਦੇ ਵਿੱਚ ਆਪਣੇ ਕੋਲੇ ਕੀ ਪਿਆ? ਡਾਟਾ ਪਿਆ। ਉਹ ਡਾਟਾ ਹੈ ਕਿ ਐਕਚੁਅਲ ਦੇ ਵਿੱਚ ਕੰਟੈਕਟ ਹੈ, ਬੰਦਿਆਂ ਦੇ ਵੱਖਰੇ ਵੱਖਰਿਆਂ ਦੇ ਫੋਨ ਨੰਬਰਸ ਨੇ, ਬਟ ਉਹ ਕਿਸੇ ਨਾ ਕਿਸੇ ਨੇ ਸਟਰਕਚਰ ਦੇ ਵਿੱਚ ਪਿਆ। ਤਾਂ ਸਟਰਕਚਰ ਵਿੱਚ ਪਿਆ ਹੋਣ ਕਰਕੇ ਆਪਾਂ ਉੱਤੇ ਕੀ ਕਰ ਸਕਦੇ ਹਾਂ? ਈਜ਼ੀਲੀ ਕੀ ਕਰ ਸਕਦੇ ਹਾਂ? ਕੰਮ ਕਰ ਸਕਦੇ ਹਾਂ। ਜਿਵੇਂ ਉਹਨੂੰ ਡਿਲੀਟ ਕਰ ਸਕਦੇ ਹਾਂ, ਸਰਚ ਕਰ ਸਕਦੇ ਹਾਂ, ਉਹਨੂੰ ਮਰਜ ਕਰ ਸਕਦੇ ਹਾਂ, ਜੋ ਮਰਜ਼ੀ ਕਰ ਸਕਦੇ ਹਾਂ। ਉਵੇਂ ਕੰਪਿਊਟਰ ਦੇ ਵਿੱਚ ਰਾਜੇ ਕੀ ਹੁੰਦਾ? ਹਿਊਜ ਅਮਾਉਂਟ ਆਫ ਡਾਟਾ ਹੁੰਦਾ ਆਪਣੇ ਕੋਲੇ। ਉਸ ਡਾਟਾ ਨੂੰ ਆਪਾਂ ਕੀ ਕਰਦੇ ਹਾਂ? ਇੱਕ ਪਾਰਟਿਕੂਲਰ ਸਟਰਕਚਰ ਦੇ ਵਿੱਚ ਰੱਖਦੇ ਹਾਂ, ਤਾਂ ਜੋ ਉਹਨੂੰ ਆਪਾਂ ਅੱਗੇ ਜਾ ਕੇ ਯੂਜ਼ ਕਰ ਸਕੀਏ, ਉਹਦੇ ਤੋਂ ਰਿਜ਼ਲਟ ਆਬਟੇਨ ਕਰ ਸਕੀਏ। ਤਾਂ ਕਲੀਅਰ ਹੋ ਗਿਆ ਜੀ ਵਰਡ ਡਾਟਾ ਸਟਰਕਚਰ ਦਾ ਮਤਲਬ ਕੀ ਹੈ। ਬਾਕੀ ਆ ਪੜ੍ਹਨ ਦੀ ਜ਼ਰੂਰਤ ਨਹੀਂ, ਆਪਾਂ ਬੀਸੀਏ ਚ ਬਹੁਤ ਥਿਊਰੀ ਨੂੰ ਰੱਟੇ ਮਾਰੇ ਹੋਏ ਆ। ਸਿੰਪਲ ਲਿਖਿਆ ਕੀ ਹੋਇਆ ਰਾਜੇ, ਇਹ ਮੇਰੀ ਲਿਖੀ ਹੋਈ ਬੁੱਕ ਹੈ, ਤੇ ਸਿੰਪਲ ਵਰਡਿੰਗ ਲਿਖੀ ਹੋਈ, ਤੁਸੀਂ ਇੱਕ ਵਾਰੀ ਜ਼ਰੂਰ ਪੜ੍ਹ ਲਿਓ। ਤੇ ਇਹਦੇ ਵਿੱਚ ਡਾਟਾ ਬੇਸਿਕਲੀ ਆਪਾਂ ਦੇਖੋ ਅੱਗੇ ਜਾ ਕੇ ਤੁਹਾਨੂੰ ਮੈਂ ਦੱਸਦਾ। ਜੇ ਅਗਰ ਆਪਾਂ ਜੀ ਡੈਫੀਨੇਸ਼ਨ ਦੀ ਗੱਲ ਕਰੀਏ, ਜੇ ਆਪਾਂ ਨਿਚੋੜ ਕੱਢਣਾ ਹੋਵੇ, ਤਾਂ ਡਾਟਾ ਸਟਰਕਚਰ ਬੇਸਿਕਲੀ ਹੈ ਕੀ ਹੈ ਰਾਜੇ? ਆਰਗੇਨਾਈਜ਼ਡ ਡਾਟਾ ਪਲੱਸ ਅਲਾਉਡ ਆਪਰੇਸ਼ਨ। ਹੁਣ ਆਰਗੇਨਾਈਜ਼ ਡਾਟਾ ਦਾ ਮਤਲਬ ਕੀ ਹੋ ਗਿਆ? ਕਿ ਆਪਾਂ ਡਾਟਾ ਨੂੰ ਆਰਗੇਨਾਈਜ਼ ਕਰਕੇ ਰੱਖ ਲਿਆ ਵੈਲ ਮੈਨਰ ਦੇ ਵਿੱਚ, ਪਲੱਸ ਅਲਾਉਡ ਆਪਰੇਸ਼ਨਸ। ਹੁਣ ਕੀ ਮਤਲਬ ਕੀ ਹੈ? ਕਿ ਡਾਟਾ ਨੂੰ ਜਦੋਂ ਆਪਾਂ ਆਰਗੇਨਾਈਜ਼ ਕਰ ਲਿਆ, ਉਹਦੇ ਉੱਪਰ ਆਪਾਂ ਕੀ ਕਰ ਸਕਦੇ ਹਾਂ ਬੇਟੇ? ਆਪਰੇਸ਼ਨਸ ਕਰ ਸਕਦੇ ਹਾਂ। ਆਪਰੇਸ਼ਨ ਕਿਹੜੇ ਕਿਹੜੇ? ਜਿਹੜੇ ਮੈਂ ਐਗਜ਼ਾਮਪਲ ਦੱਸੀ ਹੈ, ਡਿਲੀਟ ਕਰ ਸਕਦੇ ਹਾਂ, ਇਨਸਰਟ ਕਰ ਸਕਦੇ ਹਾਂ, ਸਰਚ ਕਰ ਸਕਦੇ ਹਾਂ, ਮਰਜ ਕਰ ਸਕਦੇ ਹਾਂ। ਮਤਲਬ ਕਹਿਣ ਦਾ ਮਤਲਬ ਉੱਤੇ ਆਪਾਂ ਕੀ ਹੈ? ਨੰਬਰ ਆਫ ਆਪਰੇਸ਼ਨਸ ਕਰ ਸਕਦੇ ਹਾਂ। ਠੀਕ ਹੈ ਜੀ, ਕਲੀਅਰ ਹੈ? ਡਾਟਾ ਸਟਰਕਚਰ ਸਮਝ ਆ ਗਿਆ, ਡਾਟਾ ਸਟਰਕਚਰ ਦੀ ਮੀਨਿੰਗ ਸਮਝ ਆ ਗਿਆ। ਕਿਉਂ ਕਰਦੇ ਹਾਂ ਆਰਗੇਨਾਈਜ਼ਡ ਮੈਨਰ ਦੇ ਵਿੱਚ? ਤਾਂ ਜੋ ਆਪਾਂ ਉੱਤੇ ਕੰਮ ਕਰ ਸਕੀਏ, ਤੇ ਉਹਦੇ ਤੋਂ ਆਪਾਂ ਕੀ ਕਰ ਸਕੀਏ? ਫਾਇਦਾ ਲੈ ਸਕੀਏ ਡਾਟੇ ਤੋਂ। ਠੀਕ ਹੈ ਜੀ, ਹੁਣ ਅੱਗੇ ਜਾ ਕੇ ਦੇਖਦੇ ਹਾਂ ਆਪਾਂ। ਹੁਣ ਇੱਕ ਕੁਐਸਚਨ ਪੁੱਛਿਆ ਜਾਂਦਾ ਹੁੰਦਾ ਵੀ ਡਾਟਾ ਤੇ ਇਨਫੋਰਮੇਸ਼ਨ ਦੇ ਵਿੱਚ ਕੀ ਫਰਕ ਹੈ। ਬਹੁਤੇ ਚਲੋ ਜ਼ਿਆਦਾਤਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ, ਬਟ ਫਿਰ ਵੀ ਬਹੁਤੇ ਬੱਚਿਆਂ ਨੂੰ ਨਹੀਂ ਪਤਾ ਹੁੰਦਾ। ਇੱਕ ਨਿੱਕਾ 19-21 ਦਾ ਡਿਫਰੈਂਸ ਹੈ ਇਹਦੇ ਵਿੱਚ। ਡਾਟਾ ਕੀ ਚੀਜ਼ ਹੁੰਦੀ ਹੈ? ਦੇਖੋ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ। ਆਪਾਂ ਸਾਰੇ ਜਾਣੇ ਕਿਤੇ ਨਾ ਕਿਤੇ ਐਡਮਿਸ਼ਨ ਕਰਾਉਣ ਜਾਂਦੇ ਆ,
ਕਿਸੇ ਕਾਲਜ ਦੇ ਵਿੱਚ, ਕਿਸੇ ਸਕੂਲ ਦੇ ਵਿੱਚ, ਉਹ ਆਪਾਂ ਨੂੰ ਪੁੱਛਦੇ ਆ ਬਈ ਤੁਹਾਡਾ ਨਾਮ ਕੀ ਆ, ਤੁਹਾਡਾ ਫਾਦਰ ਨੇਮ ਕੀ ਹੈ, ਤੁਸੀਂ ਕਿਹੜੇ ਪਿੰਡ ਤੋਂ ਆਏ ਆ, ਤੁਹਾਡਾ ਸ਼ਹਿਰ ਦਾ ਨਾਮ ਕੀ ਹੈ, ਤੁਹਾਡੇ ਲਾਸਟ ਕਲਾਸ ਦੇ ਵਿੱਚ ਮਾਰਕਸ ਕਿੰਨੇ ਆ। ਜਿਹੜਾ ਉਹ ਰॉ ਮਟੀਰੀਅਲ ਆਪਣੇ ਤੋਂ ਇਕੱਠਾ ਕਰਦੇ ਉਹਨੂੰ ਕਹਿ ਦਾਂਗੇ ਆਪਾਂ ਡਾਟਾ ਕਹਿ ਦਾਂਗੇ। ਜਦੋਂ ਆਪਣਾ ਮਨ ਬਣ ਗਿਆ ਵੀ ਆਪਾਂ ਐਡਮਿਸ਼ਨ ਲੈਣੀ ਆ, ਆਪਾਂ ਨੂੰ ਇੱਕ ਫਾਰਮ ਦੇ ਦਿੰਦੇ ਆ ਜਿਹਨੂੰ ਆਪਾਂ ਕਹਿ ਦਿੰਦੇ ਆ ਐਡਮਿਸ਼ਨ ਫਾਰਮ। ਉਸ ਫਾਰਮ ਦੇ ਵਿੱਚ ਕੀ ਹੁੰਦਾ ਬੇਟੇ, ਨੇਮ ਦੇ ਅੱਗੇ ਇੱਕ ਫੀਲਡ ਬਣੀ ਹੁੰਦੀ ਹੈ, ਆਪਾਂ ਨੇਮ ਭਰਨਾ ਹੁੰਦਾ ਹੈ। ਫਾਦਰ ਨੇਮ ਦੇ ਅੱਗੇ ਇੱਕ ਫੀਲਡ ਬਣੀ ਹੁੰਦੀ ਹੈ ਤਾਂ ਫਾਦਰ ਨੇਮ ਭਰ ਦਿੰਦੇ ਆ। ਇੱਥੇ ਆਪਾਂ ਏਜ ਭਰ ਦਿੰਦੇ ਆ, ਜੈਂਡਰ ਭਰ ਦਿੰਦੇ ਆ। ਕਹਿਣ ਦਾ ਮਤਲਬ ਕਿ ਆਪਾਂ ਫਾਰਮ ਭਰ ਦਿੰਦੇ ਆ। ਤਾਂ ਜਿਹੜਾ ਉਹ ਫਾਰਮ ਹੁੰਦਾ ਰਾਜੇ, ਇੱਕ ਪਾਰਟਿਕੂਲਰ ਸਟਰਕਚਰ ਹੁੰਦੀ ਬਣੀ ਹੁੰਦੀ, ਆਪਾਂ ਉਹਦੇ ਵਿੱਚ ਡਾਟਾ ਕੀ ਕਰ ਦਾਂਗੇ, ਫਿਲ ਕਰ ਦਾਂਗੇ। ਤਾਂ ਜਦੋਂ ਡਾਟਾ ਨੂੰ ਆਪਾਂ ਕਿਸੇ ਪਾਰਟਿਕੂਲਰ ਸਟਰਕਚਰ ਦੇ ਵਿੱਚ ਪਾ ਦਿੰਦੇ ਆ ਰਾਜੇ, ਪ੍ਰੋਸੈਸ ਕਰ ਦਿੰਦੇ ਆ, ਉਹ ਕੀ ਬਣ ਜਾਂਦੀ ਹੈ, ਇਨਫੋਰਮੇਸ਼ਨ ਬਣ ਜਾਂਦੀ ਹੈ। ਕਿਉਂਕਿ ਜਿਹੜਾ ਡਾਟਾ ਹੁੰਦਾ ਰਾਜੇ ਉਹਦਾ ਕੋਈ ਮੀਨਿੰਗ ਨਹੀਂ ਹੁੰਦਾ। ਹੁਣ ਜਿਵੇਂ ਮੰਨ ਲਓ ਮੈਂ ਬੋਲਾਂ ਬਲਜਿੰਦਰ ਸਿੰਘ ਫਾਜ਼ਿਲਕਾ 28, ਤਾਂ ਕੁਝ ਸਮਝ ਨਹੀਂ ਆ ਰਿਹਾ ਵੀ ਮੈਂ ਕੀ ਕਹਿ ਰਿਹਾ, ਬਟ ਮੈਂ ਬੋਲਾਂ ਕਿ ਨੇਮ, ਮੇਰਾ ਨਾਮ ਕੀ ਹੈ, ਬਲਜਿੰਦਰ ਸਿੰਘ ਹੈ ਜੀ, ਮੇਰਾ ਸ਼ਹਿਰ ਹੈਗਾ ਜੀ ਫਾਜ਼ਿਲਕਾ, ਮੇਰੀ ਏਜ ਹੈਗੀ ਹੈ ਜੀ 28 30। ਤਾਂ ਕਹਿਣ ਦਾ ਮਤਲਬ ਆਪਾਂ ਨੂੰ ਸਮਝ ਆ ਰਹੀ ਹੈ। ਤਾਂ ਉਵੇਂ ਰਾਜੇ ਡਾਟਾ ਇੱਕ ਰॉ ਮਟੀਰੀਅਲ ਹੁੰਦਾ, ਜਦੋਂ ਆਪਾਂ ਉਹਨੂੰ ਪ੍ਰੋਸੈਸ ਕਰ ਦਿੰਦੇ ਆ, ਪ੍ਰੋਸੈਸ ਹੋਣ ਤੋਂ ਬਾਅਦ ਕੀ ਬਣ ਜਾਂਦੀ ਹੈ, ਇਨਫੋਰਮੇਸ਼ਨ ਬਣ ਜਾਂਦੀ ਹੈ। ਤੇ ਡਾਟਾ ਆਲਵੇਜ਼ ਕੀ ਹੁੰਦਾ, ਮੀਨਿੰਗਲੈਸ ਹੁੰਦਾ, ਤੇ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਹਮੇਸ਼ਾ ਮੀਨਿੰਗਫੁਲ ਹੁੰਦੀ ਹੈ, ਕਿਉਂਕਿ ਇਨਫੋਰਮੇਸ਼ਨ ਤੋਂ ਆਪਾਂ ਕੀ ਲੈ ਸਕਦੇ ਹਾਂ, ਡਿਸੀਜਨ ਲੈ ਸਕਦੇ ਹਾਂ। ਕਲੀਅਰ ਹੈ ਜੀ। ਅੱਗੇ ਆ ਕੇ ਤੁਹਾਨੂੰ ਮੈਂ ਇਹਦੀ ਡਿਫਰੈਂਸ ਕਰਵਾ ਦਿੰਦਾ। ਆਹ ਡਾਇਗਰਾਮ ਯਾਦ ਰੱਖ ਲਿਓ। ਡਾਟਾ ਹਮੇਸ਼ਾ ਇਨਪੁਟ ਵਾਸਤੇ ਵਰਤਿਆ ਜਾਂਦਾ ਹੈ, ਉਹਨੂੰ ਜਦੋਂ ਪ੍ਰੋਸੈਸ ਕਰ ਲੈਂਦੇ ਆਪਾਂ, ਉਹਦੇ ਉੱਪਰ ਕੁਝ ਕੰਮ ਕਰ ਲੈਂਦੇ ਆ, ਤਾਂ ਉਦੋਂ ਬਾਅਦ ਜਿਹੜੀ ਆਉਟਪੁੱਟ ਆਪਣੇ ਕੋਲ ਆਉਂਦੀ ਹੈ ਉਹ ਕੀ ਬਣ ਜਾਂਦੀ ਹੈ, ਇਨਫੋਰਮੇਸ਼ਨ ਬਣ ਜਾਂਦੀ ਹੈ। ਹੁਣ ਦੇਖੋ ਡਿਫਰੈਂਸ ਕੀ ਹੈ ਰਾਜੇ, ਜਿਹੜਾ ਡਾਟਾ ਹੈਗਾ ਰਾਜੇ ਉਹ ਕਲੈਕਸ਼ਨ ਨੰਬਰ ਦੀ ਵੀ ਹੋ ਸਕਦਾ ਹੈ, ਅਲਫਾਬੈਟਸ ਵੀ ਹੋ ਸਕਦੇ, ਆਪਣੇ ਕੋਲੇ ਪਿਕਚਰ ਵੀ ਹੋ ਸਕਦੀ ਹੈ, ਸਾਊਂਡ ਵੀ ਹੋ ਸਕਦੀ ਹੈ, ਕੋਈ ਵੀ ਚੀਜ਼ ਹੈ ਉਹ ਐਜ਼ ਅ ਡਾਟਾ ਆਪਾਂ ਯੂਜ਼ ਕਰ ਸਕਦੇ ਹਾਂ। ਜਦੋਂ ਆਪਾਂ ਉਹਨੂੰ ਆਰਗੇਨਾਈਜ਼ ਕਰ ਲੈਂਦੇ ਆ, ਅਰੇਂਜ ਕਰ ਲੈਂਦੇ, ਉਹ ਕੀ ਬਣ ਜਾਂਦੀ ਹੈ, ਇਨਫੋਰਮੇਸ਼ਨ ਬਣ ਜਾਂਦੀ ਹੈ। ਤਾਂ ਇਹ ਡਾਟਾ ਜਿਹੜਾ ਇਕੱਲਾ ਹੁੰਦਾ ਯੂਜ਼ ਨਹੀਂ ਆਪਾਂ ਕਰ ਸਕਦੇ। ਤਾਂ ਇਹ ਯੂਜ਼ਫੁਲ ਕੀ ਹੁੰਦੀ ਹੈ, ਆਪਣੇ ਕੋਲੇ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਉਹੀ ਯੂਜ਼ਫੁਲ ਹੁੰਦੀ ਹੈ। ਤਾਂ ਕਹਿਣ ਦਾ ਮਤਲਬ ਇਹਦਾ ਕੋਈ ਮੀਨਿੰਗ ਨਹੀਂ ਨਿਕਲਦਾ, ਮੀਨਿੰਗਲੈਸ ਹੁੰਦਾ, ਇਹ ਮੀਨਿੰਗਫੁਲ ਹੁੰਦੀ ਹੈ। ਤੇ ਇਹਦੇ ਉੱਪਰ ਆਪਾਂ ਡਿਸੀਜਨ ਨਹੀਂ ਲੈ ਸਕਦੇ, ਬਟ ਇਹ ਆਪਾਂ ਨੂੰ ਹੈਲਪ ਕਰਦੀ ਹੈ ਡਿਸੀਜਨ ਵਾਸਤੇ, ਡਿਸੀਜਨ ਮੇਕਿੰਗ ਹੁੰਦੀ ਹੈ। ਓਕੇ ਹੈ ਜੀ। ਇਹ ਛੋਟਾ ਜਿਹਾ ਮਾਈਨਰ ਜਿਹਾ ਡਿਫਰੈਂਸ ਸੀਗਾ ਭਾਈ, ਇਹਨੂੰ ਜਰੂਰ ਯਾਦ ਰੱਖ ਲਿਓ, ਪੇਪਰ ਦੇ ਵਿੱਚ ਕਿਤੇ ਨਾ ਕਿਤੇ ਘੁੰਡੀ ਫਸੂਗੀ ਇਸ ਕੁਐਸਚਨ ਦੇ ਉੱਪਰ। ਅੱਗੇ ਚੱਲਦੇ ਹਾਂ ਜੀ ਆਪਾਂ। ਹੁਣ ਡਾਟਾ ਸਟਰਕਚਰ ਕੀ ਹੈ ਰਾਜੇ, ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਤਾਂ ਹੁੰਦਾ ਜੀ ਲੀਨੀਅਰ ਤੇ ਇੱਕ ਹੁੰਦਾ ਜੀ ਨਾਨ ਲੀਨੀਅਰ। ਲੀਨੀਅਰ ਦਾ ਮਤਲਬ ਹੁੰਦਾ ਰਾਜੇ ਕੋਈ ਸੀਕੁਐਂਸ ਫੋਲੋ ਕਰਦਾ ਹੈ। ਜਿਵੇਂ ਮੈਂ ਤੁਹਾਨੂੰ ਐਰੇ ਕਰਾਇਆ ਸੀ, ਐਰੇ ਦੇ ਵਿੱਚ ਕੀ ਸੀਗਾ, 0 ਤੋਂ ਸਟਾਰਟ ਹੁੰਦਾ ਸੀ, 1 2 3 4। ਜਿਵੇਂ ਤੁਹਾਡੇ ਕਲਾਸ ਦੇ ਵਿੱਚ ਰੋਲ ਨੰਬਰ ਹੁੰਦੇ ਆ, ਮੰਨ ਲਓ ਕੋਈ ਰੋਲ ਨੰਬਰ 101 ਤੋਂ ਸਟਾਰਟ ਹੋ ਰਿਹਾ, 101 102 103 104। ਇਹ ਕੀ ਕਰ ਰਹੇ, ਕੋਈ ਨਾ ਕੋਈ ਸੀਕੁਐਂਸ ਫੋਲੋ ਕਰ ਰਹੇ ਆ, ਦੈਟ ਇਜ਼ ਕਾਲਡ ਲੀਨੀਅਰ ਡਾਟਾ ਸਟਰਕਚਰ। ਇਸ ਦੇ ਆਪੋਜ਼ਿਟ ਅਗਰ ਆਪਾਂ ਗੱਲ ਕਰੀਏ ਨਾਨ ਲੀਨੀਅਰ ਦੀ, ਜਿਹੜਾ ਕੋਈ ਕੀ ਹੈ ਰੈਂਡਮਲੀ ਆਪਾਂ ਸਿਲੈਕਟ ਕਰ ਸਕਦੇ ਹਾਂ। ਜਿਵੇਂ ਮੰਨ ਲਓ ਜਿਵੇਂ ਤੁਹਾਡੇ ਰੋਲ ਨੰਬਰ ਆਉਂਦੇ ਆ, ਮੰਨ ਲਓ ਤੁਸੀਂ ਕੀ ਹੈ ਫਾਰਮ ਇਕੱਠੇ ਭਰੇ ਦੋ ਸਟੂਡੈਂਟ ਨੇ, ਪਰ ਤੁਹਾਡੇ ਰੋਲ ਨੰਬਰ ਵੱਖਰੇ ਵੱਖਰੇ ਆਉਂਦੇ ਆ, ਕਿਸੇ ਦਾ ਸੈਂਟਰ ਬਠਿੰਡੇ ਬਣ ਕੇ ਆ ਜਾਂਦਾ, ਕਿਸੇ ਦਾ ਚੰਡੀਗੜ੍ਹ ਬਣ ਕੇ ਆ ਜਾਂਦਾ, ਉਹ ਹੋ ਗਿਆ ਨਾਨ ਲੀਨੀਅਰ। ਹੁਣ ਆਪਾਂ ਗੱਲ ਕਰਦੇ ਹਾਂ ਜੀ ਲੀਨੀਅਰ ਡਾਟਾ ਸਟਰਕਚਰ ਦੇ ਅੰਡਰ ਕਿਹੜੇ ਕਿਹੜੇ ਆਉਂਦੇ ਆ, ਆਪਾਂ ਕਿਹੜੀ ਕਿਹੜੀ ਚੀਜ਼ ਪੜ੍ਹਨੀ ਆ। ਤਾਂ ਲੀਨੀਅਰ ਦਾ ਮਤਲਬ ਸਮਝ ਆ ਗਿਆ ਜੀ। ਕਹਿੰਦਾ ਲੀਨੀਅਰ ਡਾਟਾ ਸਟਰਕਚਰ ਇਜ਼ ਵਨ ਇਨ ਵਿਚ ਐਲੀਮੈਂਟ ਆਫ ਦਾ ਡਾਟਾ ਸਟਰਕਚਰ ਇਨ ਅ ਸੀਕੁਐਂਸ। ਜਿੰਨੇ ਵੀ ਸੀਕੁਐਂਸ ਦੇ ਵਿੱਚ ਹੋਣਗੇ ਤਾਂ ਉਹਦਾ ਇੱਕ ਕੀ ਹੋਊਗਾ ਰਾਜੇ, ਇੱਕ ਅੱਗੇ ਹੋਊਗਾ ਇੱਕ ਪਿੱਛੇ ਹੋਊਗਾ। ਕਹਿਣ ਦਾ ਮਤਲਬ ਕਿ ਇਹਦੇ ਹੁਣ ਪਿੱਛੇ ਵੀ ਹੈਗਾ ਇੱਕ ਤੇ ਇੱਕ ਅੱਗੇ ਵੀ ਹੈਗਾ, ਜਿਹਨੂੰ ਫੋਲੋ ਕਰ ਰਿਹਾ ਤੇ ਜਿਹਨੂੰ ਅੱਗੇ ਠੀਕ ਹੈ ਛੱਡ ਕੇ ਆਇਆ। ਤਾਂ ਕਹਿਣ ਦਾ ਮਤਲਬ ਹੁਣ ਇਹਦੇ ਵਿੱਚ ਪੜ੍ਹਨੇ ਕਿਹੜੇ ਕਿਹੜੇ ਆਪਾਂ, ਐਰੇ। ਐਰੇ ਮੈਂ ਤੁਹਾਨੂੰ ਨਹੀਂ ਪੜਾਉਂਗਾ ਕਿਉਂਕਿ ਤੁਹਾਨੂੰ ਮੈਂ ਐਰੇ ਕਰਾ ਚੁੱਕਿਆ ਸੀ ਦੇ ਵਿੱਚ। ਪਹਿਲਾ ਲੀਨੀਅਰ ਡਾਟਾ ਸਟਰਕਚਰ ਕਿਹੜਾ ਹੈਗਾ, ਐਰੇ। ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਵੀ ਐਰੇ ਲੀਨੀਅਰ ਹੈ ਕਿ ਨਾਨ ਲੀਨੀਅਰ ਹੈ। ਤਾਂ ਐਰੇ ਹਮੇਸ਼ਾ ਲੀਨੀਅਰ ਹੁੰਦਾ ਰਾਜੇ, ਤੁਹਾਨੂੰ ਮੈਂ ਸਾਰੇ ਟਾਈਪ ਕਰਵਾਈ ਹੋਈ ਹੈ, 1 ਡਾਈਮੈਂਸ਼ਨਲ 2 ਤੇ ਮਲਟੀ ਡਾਈਮੈਂਸ਼ਨਲ। ਇਸ ਤੋਂ ਬਾਅਦ ਅਗਰ ਆਪਾਂ ਲੀਨੀਅਰ ਦੀ ਗੱਲ ਕਰੀਏ, ਲਿੰਕ ਲਿਸਟ ਜਿਹੜਾ ਆਪਾਂ ਪੜਾਂਗੇ ਅੱਗੇ ਜਾ ਕੇ। ਸਟੈਕ ਵੀ ਲੀਨੀਅਰ ਦੇ ਵਿੱਚ ਆਉਂਦਾ, ਕਿਊ ਵੀ ਲੀਨੀਅਰ ਦੇ ਵਿੱਚ ਆਉਂਦਾ। ਇਹ ਸਾਰੇ ਚਾਰ ਤਰ੍ਹਾਂ ਦੇ ਜਿਹੜੇ ਡਾਟਾ ਟਾਈਪ ਹੈਗੇ ਆ ਲੀਨੀਅਰ ਹੁੰਦੇ ਆ। ਅੱਗੇ ਆਪਾਂ ਗੱਲ ਕਰੀਏ ਨਾਨ ਲੀਨੀਅਰ ਦੀ, ਤੁਹਾਨੂੰ ਮੈਂ ਦੱਸ ਕੇ ਹਟਿਆ ਰਾਜੇ, ਜਿਹਦੇ ਵਿੱਚ ਐਲੀਮੈਂਟ ਕੀ ਕਰਦੇ, ਕੋਈ ਸੀਕੁਐਂਸ ਫੋਲੋ ਨਹੀਂ ਕਰਦੇ, ਉਹ ਹੋ ਗਏ ਜੀ ਨਾਨ ਲੀਨੀਅਰ। ਤੇ ਇਹ ਜ਼ਿਆਦਾ ਕੰਪਲੈਕਸ ਹੁੰਦੇ ਆ, ਠੀਕ ਹੈ। ਇਹਦੇ ਵਿੱਚ ਕੋਈ ਵੀ ਕੀ ਆ ਸੀਕੁਐਂਸ ਨਹੀਂ ਹੁੰਦਾ, ਇਹਨੂੰ ਲੱਭਣਾ ਬੜਾ ਔਖਾ ਹੁੰਦਾ। ਤਾਂ ਇਹਦੇ ਵਿੱਚ ਕਿਹੜੇ ਕਿਹੜੇ ਆਉਂਦੇ ਰਾਜੇ, ਗ੍ਰਾਫ ਤੇ ਟਰੀ। ਆਪਣੇ ਸਿਲੇਬਸ ਦੇ ਵਿੱਚ ਵੈਸੇ ਗ੍ਰਾਫ ਹੈ ਨਹੀਂਗਾ, ਸਿਰਫ ਟਰੀ ਹੈ, ਬਟ ਆਪਾਂ ਗ੍ਰਾਫ ਦੇ ਬਾਰੇ ਥੋੜੀ ਬਹੁਤੀ ਜਾਣਕਾਰੀ ਲੈ ਲਾਂਗੇ, ਜ਼ਿਆਦਾ ਡੀਪਲੀ ਜਾਣ ਦੀ ਜ਼ਰੂਰਤ ਨਹੀਂ। ਟਰੀ ਦੇ ਬਾਰੇ ਪੜਾਂਗੇ, ਟਰੀ ਤੋਂ ਬਹੁਤ ਕੁਐਸਚਨ ਆਉਣਗੇ, ਠੀਕ ਹੈ ਜੀ। ਇਹ ਸਾਰੇ 1 ਬਾਈ 1 ਕਰਨੇ ਆ। ਅੱਜ ਵਾਲੀ ਵਿੱਚ ਮੈਂ ਤੁਹਾਨੂੰ ਕੀ ਕਰਾਉਂਗਾ, ਸਟੈਕ ਸਾਰਾ ਕਰਵਾ ਦੂੰਗਾ। ਫਿਰ ਅਗਲੀ ਜਿਹੜੀ ਵੀਡੀਓ ਆਊਗੀ ਉਹਦੇ ਵਿੱਚ ਮੈਂ ਕਿਊ ਕਰਾ ਦੂੰਗਾ ਤੇ ਲਿੰਕ ਲਿਸਟ, ਤੇ ਲਾਸਟ ਵਨ ਜਿਹੜੀ ਟਰੀ ਲੈ ਜਾਊਗਾ ਉਹਦੀ 3rd ਵੀਡੀਓ ਆਊਗੀ। ਕਹਿਣ ਦਾ ਮਤਲਬ 3 ਵੀਡੀਓ ਚ ਆਪਾਂ ਡਾਟਾ ਸਟਰਕਚਰ ਖਤਮ ਕਰ ਦਾਂਗੇ। ਕੋਸ਼ਿਸ਼ ਹੈ ਵੀ ਅੱਜ ਤੱਕ ਨਹੀਂ ਕੱਲ ਤੱਕ ਪੱਕਾ ਕਰ ਦਾਂਗੇ, ਠੀਕ ਹੈ ਜੀ। ਚਲੋ ਸਟਾਰਟ ਕਰਦੇ ਹਾਂ। ਹੁਣ ਅਗਰ ਆਪਾਂ ਗੱਲ ਕਰੀਏ ਜਿਹੜਾ ਡਾਟਾ ਸਟਰਕਚਰ ਹੈ, ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇਹਦੇ ਉੱਪਰ ਆਪਾਂ ਕੀ ਕਰ ਸਕਦੇ ਹਾਂ, ਨੰਬਰ ਆਫ ਆਪਰੇਸ਼ਨਸ ਕਰ ਸਕਦੇ ਹਾਂ। ਹੁਣ ਉਹ ਆਪਰੇਸ਼ਨਸ ਕਿਹੜੇ ਕਿਹੜੇ ਹੁੰਦੇ ਨੇ ਰਾਜੇ, ਉਹ ਆਪਾਂ ਨੂੰ ਯਾਦ ਰੱਖਣੇ ਜ਼ਰੂਰੀ ਹੈ। ਫਸਟ ਵਨ ਦੀ ਗੱਲ ਕਰਦੇ ਆਪਾਂ, ਟ੍ਰੈਵਰਸਿੰਗ।
ਟ੍ਰੈਵਰਸਿੰਗ ਕੀ ਹੁੰਦਾ, ਇਹਨੂੰ ਅਸੈਸਿੰਗ ਵੀ ਬੋਲ ਦਿੰਦੇ ਆ। ਅਸੈਸ ਕਰਨਾ ਆਪਾਂ ਡਾਟਾ ਕਹਿ ਦਿੰਦੇ ਨਾ, ਅਸੈਸਿੰਗ। ਹੁਣ ਤੁਸੀਂ ਜਿਵੇਂ ਸਾਰੇ ਛੋਟੇ ਹੁੰਦੇ ਪੜ੍ਹ ਕੇ ਆਏ ਆ ਮਾਸਟਰਾਂ ਕੋਲੋਂ, ਆਪਣੀ ਕਲਾਸ ਦੇ ਵਿੱਚ ਸਭ ਤੋਂ ਪਹਿਲਾਂ ਕੰਮ ਕੀ ਕਰਦਾ ਸੀ ਮਾਸਟਰ? ਆਪਣੀ ਹਾਜ਼ਰੀ ਲਾਉਂਦਾ ਸੀਗਾ, ਅਟੈਂਡੈਂਸ ਲਾਉਂਦਾ ਸੀਗਾ। ਰੋਲ ਨੰਬਰ 1 2 3 4 5, ਮੰਨ ਲਓ ਕਲਾਸ ਦੇ ਵਿੱਚ 10 ਬੱਚੇ ਹੈ, ਉਹਨੇ ਕੀ ਕਰਨਾ ਜੀ? ਰੋਲ ਨੰਬਰ 1 ਬੋਲਿਆ ਪ੍ਰੈਜ਼ੈਂਟ ਹੈ ਜੀ, ਰੋਲ ਨੰਬਰ 2 ਪ੍ਰੈਜ਼ੈਂਟ ਹੈ, 3 ਵੀ ਪ੍ਰੈਜ਼ੈਂਟ ਹੈ ਜੀ, 4 ਵੀ, 5 ਜੀ ਐਬਸੈਂਟ ਹੈ, 6 ਪ੍ਰੈਜ਼ੈਂਟ ਹੈ ਜੀ, 7 ਐਬਸੈਂਟ ਹੈ ਜੀ, 8 9 10। ਕਹਿਣ ਦਾ ਮਤਲਬ ਉਹਨੇ ਸਾਰੇ ਰੋਲ ਨੰਬਰ ਬੋਲਣੇ ਇੱਕ ਵਾਰੀ ਕਲਾਸ ਦੇ ਵਿੱਚ ਆ ਕੇ, ਚਾਹੇ ਉਹ ਬੱਚਾ ਪ੍ਰੈਜ਼ੈਂਟ ਹੈ ਚਾਹੇ ਉਹ ਬੱਚਾ ਐਬਸੈਂਟ ਹੈ। ਬਸ ਸੇਮ ਮੀਨਿੰਗ ਹੈ ਰਾਜੇ ਟ੍ਰੈਵਰਸਿੰਗ ਦਾ। ਟ੍ਰੈਵਰਸਿੰਗ ਦੇ ਵਿੱਚ ਉਹ ਸਾਰੇ ਐਲੀਮੈਂਟ ਨੂੰ ਘੱਟੋ ਘੱਟ ਇੱਕ ਵਾਰੀ ਅਸੈਸ ਕਰੂਗਾ ਹੀ ਕਰੂਗਾ, ਚਾਹੇ ਉਹਦੀ ਜ਼ਰੂਰਤ ਹੈਗੀ ਚਾਹੇ ਨਹੀਂ ਹੈਗੀ। ਠੀਕ ਹੈ ਜੀ। ਟ੍ਰੈਵਰਸਿੰਗ ਕੀ ਹੋ ਗਿਆ? ਆਲ ਦਾ ਐਲੀਮੈਂਟਸ ਜਿਹੜੇ ਪ੍ਰੈਜ਼ੈਂਟ ਨੇ ਉਸ ਸਟਰਕਚਰ ਦੇ ਵਿੱਚ, ਉਹਨੂੰ 1 ਬਾਈ 1 ਕੀ ਕਰੂਗਾ? ਉਹ ਅਸੈਸ ਕਰੂਗਾ, ਚਾਹੇ ਉਹਦੀ ਜ਼ਰੂਰਤ ਹੈਗੀ ਚਾਹੇ ਨਹੀਂ ਹੈਗੀ। ਇਹਨੂੰ ਟ੍ਰੈਵਰਸਿੰਗ ਕਿਹਾ ਜਾਂਦਾ ਹੈ। ਤਾਂ ਕਹਿੰਦਾ ਜੀ it mean assessing or process all the data elements in a data structure 1 by 1। ਕਲੀਅਰ ਹੈ ਜੀ? ਬਸ ਇਹ ਸਿੰਪਲ ਜੀ ਗੱਲ ਸੀਗੀ। ਇਨਸਰਸ਼ਨ ਦੇ ਬਾਰੇ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਰਾਜੇ, ਨਵਾਂ ਐਲੀਮੈਂਟ ਐਡ ਕਰਨਾ। ਹੁਣ ਮੰਨ ਲਓ ਕਲਾਸ ਦੇ ਵਿੱਚ ਪਹਿਲਾਂ 10 ਬੱਚੇ ਸੀਗੇ, ਇੱਕ ਤੋਂ ਲੈ ਕੇ ਕਿੰਨੇ ਰੋਲ ਨੰਬਰ ਸੀ? 10 ਸੀਗੇ। ਇੱਕ ਨਵੇਂ ਬੱਚੇ ਨੇ ਐਡਮਿਸ਼ਨ ਕਰਾਤੀ, ਉਹਨੂੰ ਅਗਲਾ ਰੋਲ ਨੰਬਰ ਦੇਤਾ 11। ਤਾਂ ਕਹਿਣ ਦਾ ਮਤਲਬ ਇੱਕ ਨਵਾਂ ਐਲੀਮੈਂਟ ਐਡ ਕਰ ਲੈਣਾ ਪੁਰਾਣੇ ਐਲੀਮੈਂਟਸ ਦੇ ਵਿੱਚ, ਉਹਨੂੰ ਕੀ ਕਹਿ ਦਿੰਦੇ ਆ? ਇਨਸਰਸ਼ਨ ਕਰਨਾ। ਕਲੀਅਰ ਹੈ ਜੀ? ਉਹ ਇਨਸਰਸ਼ਨ ਆਪਣੀ ਮਰਜ਼ੀ ਹੁੰਦੀ ਹੈ। ਆਪਾਂ ਦੇਖੋ ਇਹ ਤਾਂ ਆਪਾਂ ਕਲਾਸ ਦੀ ਗੱਲ ਕੀਤੀ ਹੈ, ਵੈਸੇ ਅਗਰ ਗੱਲ ਕਰਾਂ ਇਨਸਰਸ਼ਨ ਮੇਰੀ ਮਰਜ਼ੀ ਆ, ਮੈਂ ਸ਼ੁਰੂ ਦੇ ਵਿੱਚ ਵੀ ਕਰ ਸਕਦਾ, ਮਿਡਲ ਦੇ ਵਿੱਚ ਵੀ ਕਰ ਸਕਦਾ, ਐਂਡ ਦੇ ਵਿੱਚ ਵੀ ਕਰ ਸਕਦਾ। ਉਹ ਮੇਰੀ ਸਿਰਦਰਦੀ ਹੈ, ਮੇਰੀ ਮਤਲਬ ਕੀ ਨੀਡ ਹੈ, ਮੈਂ ਕਿਤੇ ਵੀ ਇਨਸਰਟ ਕਰ ਸਕਦਾ। ਮੰਨ ਲਓ ਐਰੇ ਹੈ ਮੇਰੇ ਕੋਲੇ, ਉਹਦੇ ਵਿੱਚ ਕੀ ਹੈ 0 1 2 3 4 ਇਨ 5 ਮੇਰੇ ਕੋਲੇ ਕੀ ਪਏ ਨੇ? ਐਲੀਮੈਂਟ ਪਏ ਨੇ। ਮੈਂ ਕੋਈ ਨਵਾਂ ਐਲੀਮੈਂਟ ਲੈ ਕੇ ਆਉਣਾ, ਮੈਂ 0 ਤੇ ਵੀ ਐਡ ਕਰ ਸਕਦਾ, 2 ਤੇ ਵੀ ਕਰ ਸਕਦਾ, 4 ਤੇ ਵੀ ਕਰ ਸਕਦਾ। ਉਹਨੂੰ ਕਹਿ ਦਿੰਦੇ ਆ ਜੀ ਇਨਸਰਸ਼ਨ ਐਟ ਦਾ ਬਿਗਨਿੰਗ, ਐਟ ਦਾ ਮਿਡਲ, ਐਟ ਦਾ ਐਂਡ। ਕਲੀਅਰ ਹੈ? ਅਗਲੀ ਗੱਲ ਕਰਦੇ ਹਾਂ ਜੀ ਡਿਲੀਸ਼ਨ ਦੀ। ਸੇਮ ਵੇ ਜਿਵੇਂ ਆਪਾਂ ਇਨਸਰਟ ਕਰਦੇ ਹਾਂ, ਆਪਾਂ ਕੋਈ ਚੀਜ਼ ਡਿਲੀਟ ਵੀ ਕਰ ਸਕਦੇ ਹਾਂ। ਤਾਂ ਡਿਲੀਸ਼ਨ ਵੀ ਆਪਾਂ ਕਿਤੋਂ ਵੀ ਕਰ ਸਕਦੇ ਹਾਂ, ਫਰੰਟ ਤੋਂ ਵੀ ਕਰ ਸਕਦੇ ਹਾਂ, ਐਂਡ ਤੋਂ ਵੀ ਕਰ ਸਕਦੇ ਹਾਂ, ਮਿਡਲ ਤੋਂ ਵੀ ਕਰ ਸਕਦੇ ਹਾਂ। ਓਕੇ ਹੈ ਜੀ। ਅੱਗੇ ਅਗਰ ਆਪਾਂ ਗੱਲ ਕਰੀਏ ਸਰਚਿੰਗ ਦੀ, ਤਾਂ ਸਰਚਿੰਗ ਕੀ ਹੁੰਦਾ ਰਾਜੇ? ਫਾਈਂਡਿੰਗ ਦਾ ਗਿਵਨ ਐਲੀਮੈਂਟ। ਹੁਣ ਤੁਹਾਨੂੰ ਮੈਂ ਕਹਾਂ ਵੀ ਕਲਾਸ ਦੇ ਵਿੱਚ 1 ਤੋਂ ਲੈ ਕੇ 10 ਰੋਲ ਨੰਬਰ ਹੈ, ਵੀ 5 ਰੋਲ ਨੰਬਰ ਨੂੰ ਲੈ ਕੇ ਆਓ। ਤੁਸੀਂ ਕਲਾਸ ਦੇ ਵਿੱਚ ਜਾ ਕੇ 5 ਰੋਲ ਨੰਬਰ ਨੂੰ ਕੀ ਕਰੋਗੇ? ਲੱਭ ਕੇ ਲੈ ਕੇ ਆਓਗੇ। ਉਹਨੂੰ ਕਹਿ ਦਾਂਗੇ ਸਰਚ ਕਰਨਾ। ਸੇਮ ਵੇ ਆਪਣੇ ਕੋਲੇ ਐਰੇ ਪਿਆ, ਲਿੰਕ ਲਿਸਟ ਪਈ ਆ, ਸਟੈਕ ਪਿਆ, ਉਹਦੇ ਵਿੱਚੋਂ ਕਿਸੇ ਪਾਰਟਿਕੂਲਰ ਐਲੀਮੈਂਟ ਨੂੰ ਆਪਾਂ ਅਸੈਸ ਕਰਨਾ, ਯੂਜ਼ ਕਰਨਾ, ਆਪਾਂ ਉਹਨੂੰ ਕੀ ਕਰ ਸਕਦੇ ਹਾਂ? ਸਰਚ ਕਰ ਸਕਦੇ ਹਾਂ। ਉਹ ਮੈਂ ਦੱਸੂਗਾ। ਲੀਨੀਅਰ ਸਰਚ ਹੁੰਦੀ ਹੈ, ਬਾਈਨਰੀ ਸਰਚ ਹੁੰਦੀ ਹੈ, ਕਿਹੜੀ ਕਿਹੜੀ ਸਰਚ ਕਿਵੇਂ ਕਰਦੇ ਆ ਆਪਾਂ, ਉਹ ਤੇ ਵੀ ਕੁਐਸਚਨ ਬਹੁਤ ਆਉਂਦੇ ਆ। ਉਹ ਆਪਾਂ ਅੱਗੇ ਜਾ ਕੇ ਕਰਾਂਗੇ। ਲੀਨੀਅਰ ਤੇ ਬਾਈਨਰੀ ਸਰਚ ਮੋਸਟ ਇੰਪੋਰਟੈਂਟ ਹੈ। ਵੈਸੇ ਡਾਟਾ ਸਟਰਕਚਰ ਹੈ ਬਹੁਤ ਵੱਡਾ, ਹੌਲੀ ਹੌਲੀ ਟੌਪਿਕ ਦਿਮਾਗ 'ਚ ਆ ਰਿਹਾ। ਅੱਗੇ ਗੱਲ ਕਰਦੇ ਹਾਂ ਜੀ ਸੌਰਟਿੰਗ ਦੀ। ਸੌਰਟਿੰਗ ਦਾ ਮਤਲਬ ਹੁੰਦਾ ਰਾਜੇ ਅਰੇਂਜ ਕਰਨਾ ਡਾਟਾ ਨੂੰ ਕਿਸੇ ਲੌਜੀਕਲ ਮੈਨਰ ਦੇ ਵਿੱਚ। ਅਸੈਂਡਿੰਗ ਆਰਡਰ ਵੀ ਕਰ ਸਕਦੇ ਆ, ਡਿਸੈਂਡਿੰਗ ਆਰਡਰ ਵੀ ਕਰ ਸਕਦੇ ਆ। ਹੁਣ ਮੰਨ ਲਓ ਮੇਰੇ ਕੋਲ 5 ਐਲੀਮੈਂਟ ਸੀਗੇ, 1 2 3 4 5। ਇਹਨੂੰ ਮੈਂ ਸੀਕੁਐਂਸ ਵਾਈਜ਼ ਲਗਾਤਾ, ਇਹਨੂੰ ਕਹਿ ਦਿੰਦੇ ਆ ਸੌਰਟਿੰਗ ਕਰਨਾ। ਇਹਨੂੰ ਮੈਂ ਉਲਟ ਵੀ ਲਗਾ ਸਕਦਾ 5 4 3 2 1। ਇਹ ਵੀ ਕੀ ਇੱਕ ਤਰ੍ਹਾਂ ਦੀ ਸੌਰਟਿੰਗ ਹੈ। ਤਾਂ ਸੌਰਟ ਕਰਕੇ ਲਿਖਣਾ। ਮਰਜਿੰਗ ਦਾ ਨਾਮ ਤੋਂ ਕਲੀਅਰ ਹੈ ਜੇ ਮਰਜ ਕਰਨਾ ਮਤਲਬ ਜੋੜਨਾ। ਮੇਰੇ ਕੋਲ 2 ਲਿਸਟ ਸੀਗੀਆਂ, ਮਤਲਬ ਸੈਕਸ਼ਨ A ਤੇ ਸੈਕਸ਼ਨ B 2 ਕਲਾਸਾਂ ਨੇ। ਇਹਦੇ ਵਿੱਚ ਰੋਲ ਨੰਬਰ ਹੈਗੇ ਨੇ 1 2 3, ਇਹਦੇ ਵਿੱਚ ਰੋਲ ਨੰਬਰ ਹੈਗੇ ਨੇ 4 5 6। ਦੋਵਾਂ ਲਿਸਟਾਂ ਨੂੰ ਮੈਂ ਕੀ ਕਰ ਦੂੰਗਾ? ਜੋੜ ਦੂੰਗਾ, ਤਾਂ ਮੇਰੇ ਕੋਲ ਨਵੀਂ ਲਿਸਟ ਤਿਆਰ ਹੋ ਜੂਗੀ ਜਿਹਦੇ ਵਿੱਚ ਕੀ ਹੋਣਗੇ? ਦੋਵਾਂ ਦੇ ਐਲੀਮੈਂਟ ਹੋਣਗੇ। ਉਹਨੂੰ ਆਪਾਂ ਕੀ ਕਹਿ ਦਾਂਗੇ ਰਾਜੇ? ਮਰਜਿੰਗ ਕਰਨਾ ਕਹਿ ਦਾਂਗੇ। ਤਾਂ ਕਲੀਅਰ ਹੈ ਜੀ? ਇਹ ਸਾਰੇ ਆਪਰੇਸ਼ਨਸ ਨੇ ਜਿਹੜੇ ਆਪਾਂ ਡਾਟਾ ਸਟਰਕਚਰ ਦੇ ਉੱਪਰ ਕਰ ਸਕਦੇ ਹਾਂ। ਐਰੇ ਤੇ ਵੀ ਕਰ ਸਕਦੇ ਹਾਂ, ਠੀਕ ਹੈ ਜੀ, ਤੇ ਆਪਾਂ ਸਟੈਕ ਤੇ ਵੀ ਕਰ ਸਕਦੇ ਹਾਂ। ਪਰ ਜ਼ਰੂਰੀ ਨਹੀਂ ਹੈਗਾ ਵੀ ਸਾਰਿਆਂ ਦੇ ਉੱਪਰ ਸਾਰੇ ਆਪਰੇਸ਼ਨ ਹੋਣਗੇ। ਹੋ ਸਕਦਾ ਕਈ ਜਿਹੜੇ ਡਾਟਾ ਸਟਰਕਚਰ ਹੁੰਦੇ ਆ ਉਹਨਾਂ ਤੇ ਨਹੀਂ ਹੁੰਦੇਗੇ। ਉਹ ਆਪਾਂ ਅੱਗੇ ਜਾ ਕੇ ਤੁਹਾਨੂੰ ਮੈਂ ਸਮਝਾਉਂਗਾ ਵੀ ਕੀ ਤੇ ਕਿਹੜਾ ਨਹੀਂ ਹੋ ਸਕਦਾ, ਉਹਦਾ ਕਾਰਨ ਕੀ ਹੈ, ਉਹ ਵੀ ਦੱਸ ਕੇ ਜਾਊਂਗਾ। ਠੀਕ ਹੈ। ਅੱਗੇ ਚੱਲਦੇ ਹਾਂ ਜੀ ਆਪਾਂ। ਗੱਲ ਹੋ ਗਈ ਜੀ, ਹੁਣ ਆਪਾਂ ਡਾਟਾ ਸਟਰਕਚਰ ਸਮਝ ਲਿਆ। ਲੀਨੀਅਰ ਹੁੰਦਾ ਜੀ, ਨਾਨ ਲੀਨੀਅਰ ਹੁੰਦਾ, ਕਿਹੜੇ ਕਿਹੜੇ ਆਪਰੇਸ਼ਨ ਹੁੰਦੇ ਆ। ਹੁਣ ਆਪਾਂ ਗੱਲ ਕਰਦੇ ਹਾਂ ਐਲਗੋਰਿਥਮ ਦੀ। ਦੇਖੋ ਮੈਂ ਉਹੀ ਟੌਪਿਕ ਕਰਵਾ ਰਿਹਾ ਜਿਹੜੇ ਤੁਹਾਨੂੰ ਐਗਜ਼ਾਮ ਦੇ ਵਿੱਚ 99.9% ਦੇਖਣ ਨੂੰ ਮਿਲਣਗੇ। ਹੁਣ ਐਲਗੋਰਿਥਮ ਕੀ ਚੀਜ਼ ਹੁੰਦੀ ਹੈ? ਐਲਗੋਰਿਥਮ ਹੁੰਦੀ ਹੈ ਬੇਟੇ ਕੋਈ ਵੀ ਕੰਮ ਕਰਨਾ, ਕੋਈ ਪ੍ਰੋਗਰਾਮ ਬਣਾਉਣਾ, ਕੋਈ ਸੌਫਟਵੇਅਰ ਬਣਾਉਣਾ, ਉਸ ਤੋਂ ਪਹਿਲਾਂ ਉਹਦਾ ਲੌਜਿਕ ਤਿਆਰ ਕਰਨਾ ਪੈਂਦਾ ਹੈ। ਉਹਨੂੰ ਕਹਿ ਦਿੰਦੇ ਆ ਐਲਗੋਰਿਥਮ। ਐਲਗੋਰਿਥਮ ਦੇ ਵਿੱਚ ਕੀ ਹੁੰਦੇ ਰਾਜੇ? ਇੱਕ ਫਾਈਨਾਈਟ ਸੈਟ ਆਫ ਸਟੈਪ ਹੁੰਦੇ ਆ, ਤੇ ਇੱਕ ਉਹਦੇ ਵਿੱਚ ਕੀ ਹੁੰਦੀ ਹੈ? ਐਗਜ਼ਿਟ ਕੰਡੀਸ਼ਨ ਹੁੰਦੀ ਹੈ, ਜਾਂ ਉਹਨੂੰ ਕਹਿ ਦਿੰਦੇ ਸਟਾਪਿੰਗ ਕੰਡੀਸ਼ਨ ਹੁੰਦੀ ਹੈ। ਹੁਣ ਮੈਂ ਤੁਹਾਨੂੰ ਕਹਾਂ, ਮੈਂ ਤੁਹਾਨੂੰ ਕੀ ਕਹਦਾ, ਮੈਂ ਮੰਨ ਲਓ ਐਲਗੋਰਿਥਮ ਕਰੋ, ਤੁਸੀਂ ਚਾਹ ਬਣਾਉਣ ਦਾ ਐਲਗੋਰਿਥਮ ਲਿਖੋ। ਤੁਸੀਂ ਕੀ ਲਿਖੋਗੇ ਭਾਈ? ਉਹਦੇ ਸਟੈਪ ਲਿਖਣੇ ਪੈਂਦੇ ਜੀ। ਪਹਿਲਾ ਸਟੈਪ ਕੀ ਲਿਖੋਗੇ ਵੀ ਟੇਕ ਏ ਵਾਟਰ ਇਨ ਦਾ ਪੈਨ, ਮਤਲਬ ਕਿ ਭਾਂਡੇ ਦੇ ਵਿੱਚ ਪਾਣੀ ਲੈ ਲਓ। ਸੈਕੰਡ ਸਟੈਪ ਕੀ? ਉਹਦੇ ਵਿੱਚ ਭਾਈ ਮਿੱਠਾ ਪੱਤੀ ਪਾ ਦਿਓ। ਤੀਜਾ ਕੀ? ਉਹਨੂੰ ਉਬਾਲ ਲਓ। ਚੌਥਾ ਕੀ? ਗਲਾਸ ਚ ਪਾ ਲਓ। ਤੇ ਪੰਜਵਾਂ ਕੀ ਹੈ? ਪੀ ਲਓ। ਤਾਂ ਕਹਿਣ ਦਾ ਮਤਲਬ ਐਂਡ ਪੁਆਇੰਟ ਕੀ ਸੀਗਾ? ਚਾਹ ਨੂੰ ਆਪਾਂ ਪੀ ਲਿਆ, ਉਹ ਐਂਡ ਪੁਆਇੰਟ ਸੀਗਾ। ਤਾਂ ਇੱਕ ਫਾਈਨਾਈਟ ਸਟੈਪ ਆਪਾਂ ਫੋਲੋ ਕਰ ਰਹੇ ਹਾਂ, ਉਹਨੂੰ ਕਹਿ ਦਾਂਗੇ ਜੀ ਐਲਗੋਰਿਥਮ। ਉਹਦੇ ਵਿੱਚ ਇੱਕ ਕੀ ਹੋਊਗਾ ਬੇਟੇ? ਲਾਸਟ ਦੇ ਵਿੱਚ ਇੱਕ ਕੀ ਹੋਊਗੀ? ਐਗਜ਼ਿਟ ਕੰਡੀਸ਼ਨ ਹੋਊਗੀ, ਜਿੱਥੇ ਜਾ ਕੇ ਕੀ ਹੋਊਗਾ? ਆਪਣਾ ਐਲਗੋਰਿਥਮ ਰੁਕ ਜਾਊਗਾ।
ਤਾਂ ਇਦਾਂ ਹੀ ਦੇਖੋ ਜਿਹੜਾ ਡਾਟਾ ਸਟਰਕਚਰ ਹੈ ਨਾ, ਉਹਦੇ ਵਿੱਚ ਜਦੋਂ ਆਪਾਂ ਆਪਰੇਸ਼ਨ ਕਰਦੇ ਆ, ਇਨਸਰਟ ਕਰਦੇ ਆ ਕੋਈ ਚੀਜ਼, ਸਰਚ ਕਰਦੇ ਆ ਜਾਂ ਫਿਰ ਆਪਾਂ ਕੋਈ ਡਿਲੀਟ ਕਰਦੇ ਆ, ਉਹ ਹਮੇਸ਼ਾ ਕੰਮ ਕੀ ਹੁੰਦਾ, ਲੌਜੀਕ ਦੇ ਵਿੱਚ ਹੁੰਦਾ ਹੈ। ਉਹਦੇ ਵਾਸਤੇ ਆਪਾਂ ਨੂੰ ਕੀ ਕਰਨਾ ਪੈਂਦਾ ਹੈ, ਐਲਗੋਰਿਥਮ ਨੂੰ ਫੋਲੋ ਕਰਨਾ ਪੈਂਦਾ ਹੈ। ਕਲੀਅਰ ਹੈ ਜੀ। ਹੁਣ ਸਭ ਤੋਂ ਮੇਨ ਪੁਆਇੰਟ ਹੈਗਾ ਜੀ ਕੰਪਲੈਕਸਿਟੀ ਆਫ ਐਲਗੋਰਿਥਮ। ਹੁਣ ਕੰਪਲੈਕਸਿਟੀ ਦਾ ਮਤਲਬ ਕੀ ਹੁੰਦਾ ਹੈ, ਗੁੰਝਲਦਾਰ, ਵੀ ਕੋਈ ਚੀਜ਼ ਕਿੰਨੀ ਕੁ ਗੁੰਝਲਦਾਰ ਹੋ ਸਕਦੀ ਹੈ। ਇਹਨੂੰ ਸਮਝਾਉਣ ਵਾਸਤੇ ਤੁਹਾਨੂੰ ਮੈਂ ਇੱਕ ਦੇਸੀ ਐਗਜ਼ਾਮਪਲ ਦੱਸਦਾ, ਉਸ ਦੇਸੀ ਐਗਜ਼ਾਮਪਲ ਦੇ ਨਾਲ ਤੁਹਾਨੂੰ ਬਹੁਤ ਵਧੀਆ ਸਮਝ ਆਊਗਾ। ਹੁਣ ਮੈਂ ਦੱਸਦਾ ਜੀ ਉਹ ਕੀ ਹੈ। ਮੰਨ ਲਓ ਐਂ ਕਹਿ ਲਓ ਜੀ, ਤੁਸੀਂ ਖੜੇ ਆ ਜੀ ਬਠਿੰਡੇ, ਮੈਂ ਬੀ ਲਿਖ ਦਿੰਦਾ ਬਠਿੰਡੇ, ਤੇ ਸੀ ਹੈਗਾ ਜੀ ਚੰਡੀਗੜ੍ਹ। ਕਹਿੰਦਾ ਜੀ ਬਠਿੰਡੇ ਤੋਂ ਚੰਡੀਗੜ੍ਹ ਜਾਣ ਦਾ ਵਾਇਆ ਦੇਖੋ, ਬਠਿੰਡੇ ਤੋਂ ਆਪਾਂ ਲੁਧਿਆਣੇ ਚਲੇ ਗਏ, ਲੁਧਿਆਣੇ ਤੋਂ ਆਪਾਂ ਚੰਡੀਗੜ੍ਹ ਚਲੇ ਗਏ, ਜਾਂ ਫਿਰ ਬਠਿੰਡੇ ਤੋਂ ਆਪਾਂ ਪਟਿਆਲੇ ਚਲੇ ਗਏ, ਪਟਿਆਲੇ ਤੋਂ ਆਪਾਂ ਚੰਡੀਗੜ੍ਹ ਚਲੇ ਗਏ। ਕਹਿਣ ਦਾ ਮਤਲਬ ਜਾਣਾ ਆਪਾਂ ਚੰਡੀਗੜ੍ਹ ਹੀ ਆ ਬਠਿੰਡੇ ਤੋਂ, ਪਰ ਉਹ ਜਾਣ ਦੇ ਕੀ ਰਸਤੇ ਆ, ਦੋ ਰਸਤੇ ਆ। ਇੱਕ ਰਸਤਾ ਕਿਹੜਾ, ਫਸਟ ਵਨ ਰਸਤਾ ਇਹ ਹੈ, ਸੈਕੰਡ ਵਨ ਰਸਤਾ ਇਹ ਹੈ, ਸੈਕੰਡ ਵੇ ਇਹ ਹੈ। ਹੁਣ ਇਹ ਆਪਣੇ ਤੇ ਡਿਪੈਂਡ ਕਰਦਾ ਵੀ ਆਪਾਂ ਕਿਹੜਾ ਰਸਤਾ ਫੋਲੋ ਕਰਦੇ ਆ। ਜੇ ਤਾਂ ਆਪਾਂ ਨੂੰ ਆਹ ਲੱਗਦਾ ਵੀ ਬਹੁਤ ਸੌਖਾ ਹੈ, ਵੀ ਇੱਥੇ ਟ੍ਰੈਫਿਕ ਨਹੀਂ ਹੈਗਾਗਾ, ਇੱਥੇ ਰੋਡ ਬਹੁਤ ਵਧੀਆ ਬਣੀ, ਆਪਾਂ ਕੀ ਕਰਾਂਗੇ, ਫਸਟ ਨੰਬਰ ਵਾਲਾ ਸਿਲੈਕਟ ਕਰ ਲਾਂਗੇ। ਠੀਕ ਹੈ। ਤੇ ਜੇ ਆਪਾਂ ਨੂੰ ਲੱਗਦਾ ਵੀ ਉੱਥੇ ਟ੍ਰੈਫਿਕ ਜ਼ਿਆਦਾ ਹੈਗਾ, ਤੇ ਰੋਡ ਤਾਂ ਵਧੀਆ ਪਰ ਟ੍ਰੈਫਿਕ ਜ਼ਿਆਦਾ ਹੈ, ਤੇ ਇਧਰ ਚਾਹੇ ਰੋਡ ਖਰਾਬ ਆ ਪਰ ਟ੍ਰੈਫਿਕ ਘੱਟ ਆ, ਆਪਾਂ ਇਹ ਸਿਲੈਕਟ ਕਰ ਲਾਂਗੇ ਸੈਕੰਡ ਨੰਬਰ ਵਾਲਾ। ਤੇ ਇਹ ਆਪਣੇ ਤੇ ਡਿਪੈਂਡ ਕਰਦਾ ਹੈ। ਉਵੇਂ ਰਾਜੇ ਹਰੇਕ ਚੀਜ਼ ਨੂੰ ਸੋਲਵ ਕਰਨ ਵਾਸਤੇ ਡਾਟਾ ਸਟਰਕਚਰ ਦੇ ਵਿੱਚ ਇੱਕ ਤੋਂ ਵੱਧ ਐਲਗੋਰਿਥਮ ਹੋ ਸਕਦੇ ਆ। ਹੁਣ ਜਿਵੇਂ ਮੰਨ ਲਓ ਮੈਂ ਕਹਾਂ ਤੁਸੀਂ ਸਰਚ ਕਰਨਾ ਹੈ, ਤਾਂ ਸਰਚ ਵਾਸਤੇ ਦੋ ਐਲਗੋਰਿਥਮ ਹੁੰਦੇ, ਇੱਕ ਤਾਂ ਹੁੰਦਾ ਜੀ ਲੀਨੀਅਰ ਸਰਚ, ਇੱਕ ਹੁੰਦਾ ਜੀ ਬਾਈਨਰੀ ਸਰਚ। ਦੋਵਾਂ ਦਾ ਆਪਣਾ ਆਪਣਾ ਫਾਇਦਾ, ਆਪਣਾ ਆਪਣਾ ਨੁਕਸਾਨ ਹੈ। ਤਾਂ ਕਈ ਬੰਦੇ ਲੀਨੀਅਰ ਸਰਚ ਸਿਲੈਕਟ ਕਰ ਲੈਣਗੇ, ਕਈ ਬਾਈਨਰੀ ਕਰ ਲੈਣਗੇ। ਉਹ ਡਿਪੈਂਡ ਕਰਦਾ ਵੀ ਉਹਨਾਂ ਨੂੰ ਜਿਹੜੀ ਲਿਸਟ ਮਿਲੀ ਆ ਉਹਦੇ ਉੱਪਰ ਕਿਹੜਾ ਸੂਟੇਬਲ ਹੈ। ਠੀਕ ਹੈ। ਉਹਦੀ ਕੰਪਲੈਕਸਿਟੀ ਚੈੱਕ ਕੀਤੀ ਜਾਂਦੀ ਹੈ ਵੀ ਉਹ ਉਸ ਲਿਸਟ ਦੇ ਵਿੱਚ ਕਿੰਨਾ ਕੰਪਲੈਕਸ ਹੋਊਗਾ। ਜਿਹੜਾ ਘੱਟ ਕੰਪਲੈਕਸ ਹੋਊਗਾ ਆਪਾਂ ਉਹ ਸਿਲੈਕਟ ਕਰ ਲਾਂਗੇ। ਤਾਂ ਇਹਨੂੰ ਕੀ ਕਹਿ ਦਿੰਦੇ ਰਾਜੇ, ਕੰਪਲੈਕਸਿਟੀ ਆਫ ਐਲਗੋਰਿਥਮ ਕਹਿ ਦਿੰਦੇ ਆ। ਠੀਕ ਹੈ ਜੀ, ਕਲੀਅਰ ਹੋ ਗਿਆ। ਕੰਪਲੈਕਸਿਟੀ ਆਫ ਐਲਗੋਰਿਥਮ ਕੀ ਹੋ ਗਿਆ ਕਿ ਆਪਾਂ ਚੈੱਕ ਕਰਾਂਗੇ ਵੀ ਕਿਹੜਾ ਐਲਗੋਰਿਥਮ ਆਪਾਂ ਵਰਤਣਾ ਹੈ, ਕਿਹੜਾ ਛੱਡਣਾ ਹੈ। ਓਕੇ। ਪਰ ਹੁਣ ਇਹ ਆਪਾਂ ਚੈੱਕ ਕਿਵੇਂ ਕਰਾਂਗੇ, ਇਹਦੇ ਵਾਸਤੇ ਵੀ ਕੀ ਹੋਊਗਾ, ਆਪਣੇ ਕੋਲੇ ਦੋ ਫੈਕਟਰ ਹੁੰਦੇ ਆ। ਉਹ ਕੀ ਹੁੰਦਾ ਜੀ, ਇੱਕ ਤਾਂ ਹੁੰਦਾ ਜੀ ਟਾਈਮ, ਇੱਕ ਹੁੰਦਾ ਜੀ ਸਪੇਸ। ਹੁਣ ਕੰਪਿਊਟਰ ਦੇ ਵਿੱਚ ਦੋਨੇ ਕੰਮ ਕਰਦੇ ਆ ਆਪਾਂ। ਸਪੇਸ ਦਾ ਮਤਲਬ ਕੀ ਹੋ ਗਿਆ, ਮੈਮਰੀ। ਜਿਹੜੀ ਤੁਸੀਂ ਕੰਪਿਊਟਰ ਦੇ ਵਿੱਚ ਕੀ ਕਰ ਰਹੇ ਹੋ, ਮੈਮਰੀ ਯੂਜ਼ ਕਰ ਰਹੇ ਹੋ, ਉਹਨੂੰ ਕੀ ਕਹਿ ਦਾਂਗੇ ਆਪਾਂ, ਸਪੇਸ ਕਹਿ ਦਾਂਗੇ। ਹੁਣ ਕੀ ਹੈ ਰਾਜੇ, ਜਿਹੜੇ ਪੁਰਾਣਾ ਟਾਈਮ ਹੁੰਦਾ ਸੀ, ਅੱਜ ਤੋਂ 10 ਸਾਲ ਲਾ ਲਓ, 20 ਸਾਲ ਲਾ ਲਓ, ਉਦੋਂ ਕੀ ਹੈ, ਮੈਮਰੀ ਬਹੁਤ ਘੱਟ ਹੁੰਦੀ ਸੀ ਕੰਪਿਊਟਰ ਦੀ। ਅੱਜ ਕੱਲ ਤੁਹਾਨੂੰ ਪਤਾ ਵੀ ਠੀਕ ਹੈ, 1 ਟੈਰਾਬਾਈਟ ਤਾਂ ਵੈਸੇ ਹੀ ਮਿਲ ਜਾਂਦੀ ਆਪਾਂ ਨੂੰ ਲੈਪਟਾਪ ਦੇ ਵਿੱਚ, ਜਾਂ ਆਪਾਂ ਗੱਲ ਕਰੀਏ 500 GB ਨਾਰਮਲੀ ਮਿਲੀ ਜਾਂਦੀ ਹੈ। ਤਾਂ ਕਹਿਣ ਦਾ ਮਤਲਬ ਕਿ ਅੱਜ ਦੇ ਜਿਹੜੇ ਜ਼ਮਾਨੇ ਦੇ ਵਿੱਚ ਆਪਾਂ ਨੂੰ ਸਪੇਸ ਦੇ ਨਾਲ ਇਹਨਾਂ ਲੈਣਾ ਦੇਣਾ ਨਹੀਂ ਹੈਗਾਗਾ। ਆਪਾਂ ਟਾਈਮ ਦੇ ਉੱਪਰ ਜ਼ਿਆਦਾ ਕੀ ਕਰਦੇ ਆ, ਫੋਕਸ ਕਰਦੇ ਆ। ਕਹਿੰਦੇ ਜੀ ਜਿਹੜੀ ਐਲਗੋਰਿਥਮ ਦੀ ਕੰਪਲੈਕਸਿਟੀ ਹੁੰਦੀ ਹੈ, ਉਹ ਦੋ ਫੈਕਟਰ ਦੇ ਉੱਪਰ ਚੈੱਕ ਕੀਤੀ ਜਾਂਦੀ, ਇੱਕ ਟਾਈਮ ਤੇ ਇੱਕ ਸਪੇਸ ਦੇ ਉੱਪਰ। ਕਹਿੰਦੇ ਜੀ ਜਿਹੜਾ ਐਲਗੋਰਿਥਮ ਟਾਈਮ ਘੱਟ ਲਵੇ ਤੇ ਸਪੇਸ ਘੱਟ ਲਵੇ, ਉਹਨੂੰ ਕਹਿ ਦਿੰਦੇ ਆ ਜੀ ਬੈਸਟ ਐਲਗੋਰਿਥਮ। ਠੀਕ ਹੈ। ਕਿਸੇ ਪਾਰਟਿਕੂਲਰ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ ਜਿਹੜਾ ਐਲਗੋਰਿਥਮ ਟਾਈਮ ਘੱਟ ਲੈ ਰਿਹਾ, ਸਪੇਸ ਘੱਟ ਲੈ ਰਿਹਾ, ਉਹਨੂੰ ਕਹਿ ਦਾਂਗੇ ਬੈਸਟ ਐਲਗੋਰਿਥਮ। ਪਰ ਇਹ ਜ਼ਰੂਰੀ ਨਹੀਂ ਹੈਗਾ ਵੀ ਹੁਣ ਹਰ ਵਾਰੀ ਬੈਸਟ ਹੀ ਹੋਊਗਾ ਉਹ, ਵੀ ਹਰ ਵਾਰੀ ਐਲਗੋਰਿਥਮ ਕੀ ਕਰੂਗਾ, ਟਾਈਮ ਵੀ ਘੱਟ ਲਊਗਾ, ਸਪੇਸ ਵੀ ਘੱਟ ਲਊਗਾ। ਇਹ ਜ਼ਰੂਰੀ ਤਾਂ ਨਹੀਂ ਹੈਗਾ ਨਾ। ਹੁਣ ਹੋ ਸਕਦਾ ਮੰਨ ਲਓ ਤੁਹਾਨੂੰ ਮੈਂ ਕਹਾਂ, ਮੰਨ ਲਓ ਹੋ ਸਕਦਾ ਇੱਕ ਐਲਗੋਰਿਥਮ ਕੀ ਕਰ ਰਿਹਾ ਜੀ, ਟਾਈਮ ਕੀ ਕਰ ਰਿਹਾ, ਘੱਟ ਲੈ ਰਿਹਾ। ਮੈਂ ਥੱਲੇ ਨੂੰ ਐਰੋ ਪਾ ਰਿਹਾ, ਮਤਲਬ ਕਿ ਘੱਟ, ਤੇ ਉਹ ਕੀ ਕਰ ਰਿਹਾ ਜੀ, ਸਪੇਸ ਕੀ ਕਰ ਰਿਹਾ, ਜ਼ਿਆਦਾ ਲੈ ਰਿਹਾ। ਇੱਕ ਕੀ ਕਰ ਰਿਹਾ ਜੀ, ਜਿਹੜਾ ਟਾਈਮ ਵੀ ਘੱਟ ਲੈ ਰਿਹਾ ਤੇ ਸਪੇਸ ਵੀ ਘੱਟ ਲੈ ਰਿਹਾ। ਇਹ ਮੈਂ ਕੇਸ ਦੱਸ ਰਿਹਾ। ਇੱਕ ਕੀ ਕਰ ਰਿਹਾ ਜੀ, ਟਾਈਮ ਜ਼ਿਆਦਾ ਲੈ ਰਿਹਾ ਤੇ ਸਪੇਸ ਕੀ ਲੈ ਰਿਹਾ, ਘੱਟ ਲੈ ਰਿਹਾ। ਹੁਣ ਹਰੇਕ ਬੰਦੇ ਦੀ ਆਪਣੀ ਆਪਣੀ ਨੀਡ ਹੈ, ਪਰ ਅੱਜ ਦੇ ਜ਼ਮਾਨੇ ਦੇ ਵਿੱਚ ਇਹਨੂੰ ਆਪਾਂ ਕੀ ਕਰ ਦਾਂਗੇ, ਰਿਜੈਕਟ ਕਰ ਦਾਂਗੇ, ਕਿਉਂਕਿ ਸਪੇਸ ਨਾਲ ਆਪਾਂ ਨੂੰ ਇੰਨਾ ਲੈਣਾ ਦੇਣਾ ਨਹੀਂ ਹੈਗਾ। ਆਪਾਂ ਬੇਸਿਕਲੀ ਕਿਹੜਾ ਸਿਲੈਕਟ ਕਰਾਂਗੇ, ਜਿਹਦੇ ਵਿੱਚ ਕੀ ਹੈ, ਟਾਈਮ ਘੱਟ ਲੱਗਦਾ ਹੈ। ਜਿਹਦੇ ਵਿੱਚ ਟਾਈਮ ਘੱਟ ਲੱਗਦਾ ਆਪਾਂ ਉਹਨੂੰ ਸਿਲੈਕਟ ਕਰਾਂਗੇ। ਪਰ ਜੇ ਮੈਂ ਇਹਦੇ ਤੇ ਇਹਦੇ ਵਿੱਚ ਕੰਪੈਰੀਜ਼ਨ ਕਰਾਂ ਤਾਂ ਇਹਦੇ ਵਿੱਚ ਸਪੇਸ ਵੀ ਘੱਟ ਲੱਗ ਰਹੀ ਹੈ, ਤੇ ਮੈਂ ਕਿਹੜਾ ਸਿਲੈਕਟ ਕਰ ਲੂੰਗਾ, ਸੈਕੰਡ ਵਨ ਸਿਲੈਕਟ ਕਰ ਲੂੰਗਾ। ਇਹਨੂੰ ਕਹਿ ਦਿੰਦੇ ਆ ਜੀ ਕੰਪਲੈਕਸਿਟੀ ਫਾਈਂਡ ਆਊਟ ਕਰਨ ਤੋਂ ਬਾਅਦ ਆਪਾਂ ਕੀ ਚੈੱਕ ਕਰਦੇ ਆ ਵੀ ਕਿਹੜਾ ਐਲਗੋਰਿਥਮ ਆਪਾਂ ਵਰਤਣਾ, ਕਿਹੜਾ ਨਹੀਂ ਵਰਤਣਾਗਾ। ਤਾਂ ਕਲੀਅਰ ਹੈ ਜੀ। ਇਹ ਜ਼ਰੂਰੀ ਨਹੀਂ ਹੈਗਾ ਵੀ ਹਰ ਇੱਕ ਐਲਗੋਰਿਥਮ ਦੇ ਵਿੱਚ ਟਾਈਮ ਘੱਟ ਲੱਗੂਗਾ, ਸਪੇਸ ਵੀ ਘੱਟ ਲੱਗੂਗਾ। ਹੋ ਸਕਦਾ ਕਿਸੇ ਦੇ ਟਾਈਮ ਘੱਟ ਲੱਗੇ, ਸਪੇਸ ਵੱਧ ਲੱਗ ਰਿਹਾ, ਤਾਂ ਕਿਸੇ ਦੇ ਵਿੱਚ ਸਪੇਸ ਘੱਟ ਲੱਗ ਰਿਹਾ, ਟਾਈਮ ਵੱਧ ਲੱਗ ਰਿਹਾ। ਇਹ ਕੰਪਲੈਕਸਿਟੀ ਫਾਈਂਡ ਆਊਟ ਕਰਨ ਦਾ ਮੈਥਡ ਹੈ। ਤੇ ਕੰਪਲੈਕਸਿਟੀ ਫਾਈਂਡ ਕਿਵੇਂ ਕੀਤੀ ਜਾਂਦੀ ਹੈ, n ਦੇ ਉੱਪਰ। n ਕੀ ਹੁੰਦਾ ਜੀ, ਨੰਬਰ ਆਫ ਐਲੀਮੈਂਟਸ। ਹੁਣ ਮੰਨ ਲਓ ਨੰਬਰ ਆਫ ਐਲੀਮੈਂਟ ਦਾ ਮਤਲਬ ਕੀ ਹੈ ਕਿ ਤੁਹਾਨੂੰ ਮੈਂ ਦੱਸ ਦਿੰਦਾ, ਥੋੜਾ ਜਿਹਾ ਸਮਝਾ ਦਿੰਦਾ, ਜ਼ਿਆਦਾ ਡਿਟੇਲ 'ਚ ਨਹੀਂ ਜਾਂਦਾਗਾ। ਆ ਦੇਖੋ ਜੀ, n ਦਾ ਮਤਲਬ ਹੈਗਾ ਨੰਬਰ ਆਫ ਐਲੀਮੈਂਟ। ਹੁਣ ਮੈਂ ਤੁਹਾਨੂੰ ਕਹਾਂ ਵੀ ਮੈਂ ਤੁਹਾਨੂੰ ਕੀ ਦਿੱਤੇ, 10 ਬੱਚਿਆਂ ਦੇ ਰੋਲ ਨੰਬਰ ਦੇਤੇ, ਤੁਸੀਂ ਇਹਨਾਂ ਵਿੱਚੋਂ ਸਰਚ ਕਰਨੀ ਹੈ ਤੇ ਸੌਖਾ ਹੈ। ਮੈਂ ਤੁਹਾਨੂੰ ਕਹਾਂ 1000 ਬੱਚਿਆਂ ਦੇ ਰੋਲ ਨੰਬਰਾਂ ਵਿੱਚੋਂ ਸਰਚ ਕਰਨਾ, ਹੁਣ ਤੁਸੀਂ ਦੱਸੋ ਵੀ ਦੋਵਾਂ ਵਿੱਚੋਂ ਕਿਹੜਾ ਕੰਪਲੈਕਸ ਹੋਊਗਾ। ਓਬਵੀਅਸ ਹੈ ਵੀ ਇਹ ਕੰਪਲੈਕਸ ਹੋਊਗਾ, ਕਿਉਂਕਿ ਇਹਦਾ n ਕੀ ਜ਼ਿਆਦਾ ਹੈ। ਇਹਦੇ ਵਿੱਚ ਕੀ 1000 ਬੱਚੇ, ਇਹਦੇ ਵਿੱਚ 10 ਬੱਚੇ ਹੈ। ਠੀਕ ਹੈ ਜੀ, ਸਮਝ ਗਏ ਮੇਰੀ ਗੱਲ। ਤਾਂ ਕੰਪਲੈਕਸਿਟੀ ਡਿਪੈਂਡ ਕਰਦੀ ਹੈ n ਦੇ ਉੱਪਰ, ਨੰਬਰ ਆਫ ਐਲੀਮੈਂਟਸ ਦੇ ਉੱਪਰ ਡਿਪੈਂਡ ਕਰਦੀ ਹੈ। ਅੱਗੇ ਗੱਲ ਕਰਦੇ ਆ ਜੀ ਟਾਈਮ ਸਪੇਸ ਟ੍ਰੇਡ ਆਫ। ਟਾਈਮ ਸਪੇਸ ਟ੍ਰੇਡ ਆਫ ਦਾ ਮਤਲਬ ਕੀ ਹੈ ਕਿ ਕਹਿੰਦੇ ਜੀ ਹੁਣ ਆ ਚੱਕਰ ਪੈ ਗਿਆ ਵੀ ਹੁਣ ਜ਼ਰੂਰੀ ਨਹੀਂ ਹੈਗਾ ਵੀ ਹਰੇਕ ਜਿਹੜਾ ਐਲਗੋਰਿਥਮ ਹੈਗਾ ਉਹ ਟਾਈਮ ਘੱਟ ਲਵੇ ਤੇ ਸਪੇਸ ਵੀ ਘੱਟ ਲਵੇ।
ਠੀਕ ਹੈ, ਇਹ ਕਹਿ ਰਿਹਾ ਕਹਿੰਦਾ ਹੋ ਸਕਦਾ ਵੀ ਕਿਸੇ ਐਲਗੋਰਿਥਮ ਦੇ ਵਿੱਚ ਕੀ ਹੋ ਗਿਆ ਜੀ, ਟਾਈਮ ਘੱਟ ਲੱਗ ਰਿਹਾ ਤੇ ਸਪੇਸ ਕੀ ਲੱਗ ਰਹੀ ਹੈ, ਵੱਧ ਲੱਗ ਰਹੀ ਹੈ, ਤੇ ਕਿਸੇ ਦੇ ਵਿੱਚ ਕੀ ਹੈ ਜੀ, ਟਾਈਮ ਜੇ ਵੱਧ ਲੱਗ ਰਿਹਾ ਤੇ ਸਪੇਸ ਘੱਟ ਲੱਗ ਰਹੀ ਹੈ, ਤੇ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ, ਹੋ ਸਕਦਾ ਨਾ। ਤੇ ਇਹ ਵੱਖਰੇ ਵੱਖਰੇ ਕੀ ਨੇ ਆਪਣੇ ਕੋਲੇ ਕੇਸਿਸ ਨੇ, ਠੀਕ ਹੈ। ਤਾਂ ਕਹਿੰਦਾ ਵੀ ਇਹ ਜ਼ਰੂਰੀ ਨਹੀਂ ਹੈਗਾ ਵੀ ਹਰੇਕ ਦੇ ਵਿੱਚ ਟਾਈਮ ਘੱਟ ਲੱਗੇ ਸਪੇਸ ਵੀ ਘੱਟ ਲੱਗੇ, ਤਾਂ ਆਪਣੇ ਕੋਲੇ ਵੱਖਰੇ ਵੱਖਰੇ ਕੇਸ ਆਉਣਗੇ। ਪਰ ਕਹਿੰਦਾ ਅੱਜ ਦੇ ਟਾਈਮ ਦੇ ਵਿੱਚ ਆਪਾਂ ਸੁਜੈਸਟ ਕਰਦੇ ਹਾਂ ਵੀ ਤੁਸੀਂ ਜਿੱਥੇ ਸਪੇਸ ਵੱਧ ਲੱਗ ਰਹੀ ਹੈ ਉਹਨੂੰ ਛੱਡ ਦਿਓ, ਸਿਰਫ ਟਾਈਮ ਨੂੰ ਦੇਖੋ। ਜਿੱਥੇ ਟਾਈਮ ਘੱਟ ਲੱਗ ਰਿਹਾ, ਘੱਟ ਟਾਈਮ ਦੇ ਵਿੱਚ ਤੁਹਾਡਾ ਕੰਮ ਹੋ ਰਿਹਾ, ਉਹਨੂੰ ਆਪਾਂ ਕੀ ਕਰਾਂਗੇ, ਉਹ ਐਲਗੋਰਿਥਮ ਆਪਾਂ ਕੀ ਕਰ ਲਾਂਗੇ, ਸਿਲੈਕਟ ਕਰ ਲਾਂਗੇ। ਇਹਨੂੰ ਕਹਿੰਦੇ ਜੀ ਟਾਈਮ ਸਪੇਸ ਟ੍ਰੇਡ ਆਫ। ਠੀਕ ਹੈ ਜੀ, ਸਮਝ ਗਏ। ਪੜਨ ਦੀ ਜ਼ਰੂਰਤ ਨਹੀਂ ਹੈਗੀ, ਬਸ ਗੱਲ ਸਮਝਣ ਦੀ ਜ਼ਰੂਰਤ ਹੈ। ਇਹਦਾ ਮੀਨਿੰਗ ਸਮਝ ਆ ਗਿਆ, ਤੁਸੀਂ ਕੁਐਸਚਨ ਸੋਲਵ ਕਰ ਲਓਗੇ। ਹੁਣ ਜਿਹੜਾ ਪੜਨਾ ਕੀ ਤੁਸੀਂ ਜੀ, ਬਿਗ ਓ ਨੋਟੇਸ਼ਨ। ਬਿਗ ਓ ਨੋਟੇਸ਼ਨ ਕੀ ਹੈ ਬੇਟੇ, ਇਹਨੂੰ ਠੀਕ ਹੈ ਜੀ, ਇਹ ਇੱਕ ਬੰਦਾ ਹੋਇਆ, ਉਹਨੇ ਕੀ ਕੀਤਾ, ਇੱਕ ਫਾਰਮੂਲਾ ਕੱਢਿਆ ਸੀ ਜਿਹਨੂੰ ਕਹਿ ਦਿੰਦੇ ਆ O ਆਫ n। O ਆਫ n ਦਾ ਮਤਲਬ ਕੀ ਹੈ, O ਦਾ ਮਤਲਬ ਹੈਗਾ ਜੀ ਇੱਥੇ ਬਿਗ ਓ ਨੋਟੇਸ਼ਨ, ਤੇ n ਦਾ ਮਤਲਬ ਕੀ ਹੈਗਾ ਜੀ, ਨੰਬਰ ਆਫ ਐਲੀਮੈਂਟਸ। ਤੁਹਾਨੂੰ ਮੈਂ ਦੱਸ ਕੇ ਹਟਿਆ, ਨੰਬਰ ਆਫ ਐਲੀਮੈਂਟ ਦਾ ਮਤਲਬ ਕੀ ਹੈ ਕਿ ਜਿੰਨੇ ਉਹਦੇ ਵਿੱਚ ਐਲੀਮੈਂਟ ਹੋਣਗੇ। ਹੁਣ ਬਿਗ ਓ ਨੋਟੇਸ਼ਨ ਕੀ ਕਹਿੰਦਾ ਜੀ, ਜ਼ਰੂਰੀ ਨਹੀਂ ਹੈਗਾ ਵੀ ਆਪਾਂ ਜਿਹੜਾ ਐਲਗੋਰਿਥਮ ਸਿਲੈਕਟ ਕਰੀਏ ਉਹ ਮਤਲਬ ਕਿ ਸਹੀ ਹੋਵੇ, ਮਤਲਬ ਕਿ ਉਹਦੇ ਵਿੱਚ ਟਾਈਮ ਘੱਟ ਲੱਗੇ। ਇਹ ਹਮੇਸ਼ਾ 3 ਕੇਸ ਬਣਾਉਂਦੇ ਆ। 3 ਕੇਸ ਕਿਹੜੇ ਕਿਹੜੇ ਬਣਾਉਂਦੇ ਆ ਜੀ, ਇਹਦੇ ਵਿੱਚ ਇੱਕ ਤਾਂ ਬਣਾਉਂਦੇ ਆ ਜੀ ਬੈਸਟ ਕੇਸ, ਇੱਕ ਕੀ ਬਣਾਉਂਦੇ ਆ ਜੀ ਬੈਸਟ ਕੇਸ, ਇੱਕ ਬਣਾਉਂਦੇ ਆ ਜੀ ਵਰਸਟ ਕੇਸ। ਕੀ ਬਣਾਉਂਦੇ ਆ ਜੀ, ਵਰਸਟ ਕੇਸ। ਇੱਕ ਹੁੰਦੇ ਜੀ ਐਵਰੇਜ ਕੇਸ, ਠੀਕ ਹੈ, ਐਵਰੇਜ ਕੇਸ ਵੀ ਬਣਾਉਂਦੇ ਆ। ਬੈਸਟ ਕੇਸ ਉਹ ਕੇਸ ਹੁੰਦਾ ਹੈ ਵੀ ਜਿਹਦੇ ਵਿੱਚ ਆਪਣਾ ਕੰਮ ਬਹੁਤ ਘੱਟ ਸਮੇਂ 'ਚ ਹੋ ਰਿਹਾ ਹੈ। ਐਵਰੇਜ ਦੇ ਵਿੱਚ ਕੀ ਹੈ ਕਿ ਮਤਲਬ ਕਿ ਵਿਚਕਾਰ ਵਾਲਾ ਟਾਈਮ। ਤੇ ਵਰਸਟ ਕੇਸ ਹੁੰਦਾ ਜੀ ਜਿਹੜਾ ਬਿਲਕੁਲ ਐ ਕਹਿ ਲਓ ਵੀ ਐਂਡ ਤੇ ਆਪਾਂ ਨੂੰ ਕੋਈ ਚੀਜ਼ ਮਿਲਦੀ ਹੈ। ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇ ਕੇ ਸਮਝਾਉਣਾ, ਜ਼ਿਆਦਾ ਵਧੀਆ ਸਮਝ ਆ ਜਾਊਗਾ। ਤੁਹਾਨੂੰ ਮੈਂ ਐਗਜ਼ਾਮਪਲ ਸਮਝਾਉਣਾ ਹੈ। ਮੰਨ ਲਓ ਮੈਂ ਤੁਹਾਨੂੰ ਕਹਿਤਾ ਇੱਥੇ ਕੀ ਹੈ ਜੀ, ਤੁਹਾਨੂੰ ਮੈਂ ਕਹਿਤਾ ਜੀ 1 2 3 4 5 6 7 ਤੇ 8 8 ਰੋਲ ਨੰਬਰ ਹੈ ਤੁਹਾਡੇ ਕੋਲੇ। ਮੈਂ ਤੁਹਾਨੂੰ ਕਹਤਾ ਜੀ ਰੋਲ ਨੰਬਰ ਜੀ, ਤੁਸੀਂ ਪਹਿਲਾ ਕੇਸ ਕਹਿ ਰਿਹਾ, ਮੈਂ ਕੇਸ 1 ਦੇ ਵਿੱਚ ਮੈਂ ਕਹਿ ਰਿਹਾ ਤੁਸੀਂ ਕੀ ਕਰਨਾ ਜੀ, ਇਹ ਰੋਲ ਨੰਬਰ ਨੇ। ਰੋਲ ਨੰਬਰ ਤੁਸੀਂ ਕੀ ਕਰੋ ਜੀ, 5 ਫਾਈਂਡ ਆਊਟ ਕਰਕੇ ਆਓ। ਤੁਸੀਂ ਕਰੋਗੇ ਜੀ ਪਹਿਲਾਂ 1 ਨੂੰ ਕੰਪੈਰੀਜ਼ਨ ਕਰੋਗੇ 5 ਦੇ ਨਾਲ, 5 1 ਦੇ ਬਰਾਬਰ ਨਹੀਂ ਹੈ, ਫਿਰ 2 ਨਾਲ ਕਰੋਗੇ, ਫਿਰ 3 ਨਾਲ ਕਰੋਗੇ, ਫਿਰ 4 ਨਾਲ। 5 5 ਦੇ ਬਰਾਬਰ ਆ ਗਿਆ, ਤੁਸੀਂ ਸਮਝੋਗੇ ਵੀ ਇੱਥੇ ਤੁਹਾਨੂੰ ਰੋਲ ਨੰਬਰ ਮਿਲ ਗਿਆ। ਇਹ ਤਾਂ ਹੋ ਗਿਆ ਆਪਣਾ ਐਵਰੇਜ ਕੇਸ, ਕਿਉਂਕਿ ਆਪਾਂ ਨੂੰ ਇਧਰ 4 ਐਲੀਮੈਂਟ ਇਧਰ 3 ਐਲੀਮੈਂਟ, ਮਤਲਬ ਵਿੱਚ ਵਿਚਾਲੇ ਵਾਲਾ ਕੇਸ ਹੋ ਗਿਆ। ਇੱਕ ਮੈਂ ਤੁਹਾਨੂੰ ਕਹਿ ਦਿੰਦਾ ਜੀ ਰੋਲ ਨੰਬਰ ਫਾਈਂਡ ਆਊਟ ਕਰੋ 8। ਤੁਸੀਂ ਫਿਰ ਕੀ ਕਰਦੇ ਆ, 1 ਨਾਲ ਕੰਪੈਰੀਜ਼ਨ ਕਰਦੇ ਆ, 2 ਨਾਲ, 3 ਨਾਲ, 4 ਨਾਲ, 5 ਨਾਲ, 6 ਨਾਲ, 7 ਨਾਲ, ਬਿਲਕੁਲ ਐਂਡ ਤੇ ਜਾ ਕੇ ਮਿਲਦਾ। ਇਹਨੂੰ ਕਹਿੰਦੇ ਜੀ ਵਰਸਟ ਕੇਸ। ਸਾਰਾ ਕੁਝ ਆਪਣਾ ਟਾਈਮ ਕਿੰਨਾ ਖਰਾਬ ਹੋਇਆ। ਤੇ ਜੇ ਮੈਂ ਇੱਕ ਕਹਦਾ ਮੈਂ ਤੁਹਾਨੂੰ ਵੀ ਰੋਲ ਨੰਬਰ 1 ਫਾਈਂਡ ਆਊਟ ਕਰੋ, ਤੁਹਾਨੂੰ ਪਹਿਲੀ ਵਾਰੀ ਤੁਸੀਂ ਸਰਚ ਕੀਤੀ 1 1 ਪਹਿਲੇ 'ਚ ਹੀ ਮਿਲ ਗਿਆ। ਇਹਨੂੰ ਕਹਿ ਦਿੰਦੇ ਜੀ ਬੈਸਟ ਕੇਸ। ਤਾਂ ਕਹਿਣ ਦਾ ਮਤਲਬ ਇਸ ਬੰਦੇ ਨੇ ਕੀ ਕੀਤਾ ਜੀ, O ਆਫ n ਦਾ ਫਾਰਮੂਲਾ ਦਿੱਤਾ। ਇਹਦੇ ਵਿੱਚ ਉਹਨੇ 3 ਕੇਸ ਬਣਾਤੇ, ਬੈਸਟ ਕੇਸ, ਵਰਸਟ ਕੇਸ ਤੇ ਆਪਣਾ ਕੀ ਆ ਐਵਰੇਜ ਕੇਸ। ਤਾਂ ਇਹ ਕਹਿੰਦਾ ਵੀ ਹਰੇਕ ਐਲਗੋਰਿਥਮ ਦਾ ਆਪਣਾ ਆਪਣਾ ਤੁਸੀਂ ਕੀ ਕਰ ਲਓ, ਉਹਦੀ ਕੰਪਲੈਕਸਿਟੀ ਕੱਢ ਲਓ, ਬੈਸਟ ਕੇਸ ਦੀ, ਵਰਸਟ ਕੇਸ ਦੀ ਤੇ ਐਵਰੇਜ ਕੇਸ ਦੀ। ਜਿਹਦੇ ਵਿੱਚ ਤੁਹਾਨੂੰ ਬੈਸਟ ਕੇਸ ਮਿਲਦਾ ਤੁਸੀਂ ਉਹਨੂੰ ਯੂਜ਼ ਕਰ ਲਓ। ਕਲੀਅਰ ਹੈ ਜੀ। ਇਹਨੂੰ ਕਹਿ ਦਿੰਦੇ ਆ ਬਿਗ ਓ ਨੋਟੇਸ਼ਨ। ਓਕੇ ਹੈ ਜੀ। ਅੱਗੇ ਚੱਲਦੇ ਆਪਾਂ। ਆਈ ਹੋਪ ਤੁਹਾਨੂੰ ਸਮਝ ਆ ਰਿਹਾ ਹੋਊਗਾ ਬੇਟੇ, ਬਹੁਤ ਈਜ਼ੀ ਵੇ ਨਾਲ ਤੁਹਾਨੂੰ ਮੈਂ ਸਮਝਾ ਰਿਹਾ। ਹੁਣ ਗੱਲ ਕਰਦੇ ਹਾਂ ਜੀ ਆਪਾਂ ਸਟੈਕ ਦੀ। ਹੁਣ ਸਟੈਕ ਹੁੰਦਾ ਕੀ, ਪਹਿਲਾਂ ਆਪਾਂ ਸਟੈਕ ਦੇਖਦੇ ਹਾਂ। ਸਟੈਕ ਹੁੰਦਾ ਕੀ ਹੈ? ਸਟੈਕ ਦਾ ਮਤਲਬ ਹੁੰਦਾ ਰਾਜੇ ਜਿਹੜੀ ਕੋਈ ਚੀਜ਼ ਇੱਕ ਦੂਜੇ ਦੇ ਉੱਪਰ ਰੱਖੀ ਗਈ ਹੈ। ਜਿਵੇਂ ਹੁਣ ਕਿਤਾਬਾਂ ਨੇ, ਆ ਕਿਤਾਬ ਆ, ਸਭ ਤੋਂ ਨੰਬਰ 1 ਤੇ ਕਿਤਾਬ ਕਿਹੜੀ ਹੈ? ਇਹ ਹੈ। ਦੂਜੇ ਨੰਬਰ ਤੇ ਇਹ ਹੈ, ਤੀਜੇ ਨੰਬਰ ਤੇ ਇਹ ਹੈ, ਚੌਥੇ ਨੰਬਰ ਤੇ ਇਹ, ਪੰਜਵੇਂ ਨੰਬਰ ਤੇ ਇਹ। ਇੱਕ ਮੈਂ ਅਗਰ ਹੋਰ ਉੱਪਰ ਰੱਖ ਦੂੰਗਾ 6 ਨੰਬਰ ਤੇ ਆ ਜਾਊਗੀ। ਕਹਿਣ ਦਾ ਮਤਲਬ ਕਿਸੇ ਇੱਕ ਚੀਜ਼ ਦੇ ਉੱਪਰ ਦੂਸਰੀ ਚੀਜ਼ ਦਾ ਹੋਣਾ। ਜਿਵੇਂ ਮਤਲਬ ਪਲੇਟਾਂ ਨੇ, ਆ ਘਰ ਦੇ ਵਿੱਚ ਤੁਹਾਡੀ ਮਾਤਾ ਪਲੇਟਾਂ ਰੱਖਦੀ ਹੈ। ਆ 1 ਨੰਬਰ ਪਲੇਟ ਹੈ, 2 ਨੰਬਰ, 3 ਨੰਬਰ, 4 ਨੰਬਰ, 5 ਨੰਬਰ। ਇੱਕ ਚੀਜ਼ ਦੇ ਉੱਪਰ ਦੂਸਰੀ ਚੀਜ਼ ਦਾ ਕੀ ਬਣ ਜਾਣਾ? ਪਾਇਲ ਬਣ ਜਾਣਾ, ਜਾਂ ਕਹਿ ਲਓ ਸਟੈਕ ਬਣਾਉਣਾ। ਸਟੈਕ ਕਹਿ ਦਿੰਦੇ ਇਹਨੂੰ। ਟਾਵਰ ਬਣਾ ਲਿਆ ਆਪਾਂ, ਠੀਕ ਹੈ, ਇੱਕ ਦੇ ਉੱਪਰ ਇੱਕ ਚੀਜ਼ ਰੱਖੀ ਜਾਂਦੇ ਆ। ਤਾਂ ਇਹ ਕੀ ਹੋ ਗਿਆ ਰਾਜੇ? ਸਟੈਕ। ਹੁਣ ਇਹਦੇ ਵਿੱਚ ਪ੍ਰੋਬਲਮ ਕੀ ਹੈ ਰਾਜੇ? ਜੇ ਮੰਨ ਲਓ ਮੈਂ ਆਹ ਕਿਤਾਬ ਕੱਢਣੀ ਹੈ, ਤਾਂ ਮੈਂ ਦੇਖੋ ਦੇਸੀ ਤਰੀਕਾ ਦੇਖੀਏ ਤਾਂ ਆਪਾਂ ਡੇਲੀ ਲਾਈਫ ਦੀ ਗੱਲ ਕਰੀਏ, ਆਪਾਂ ਡਾਇਰੈਕਟ ਕਿਤਾਬ ਕੱਢ ਸਕਦੇ ਹਾਂ। ਬਟ ਮੈਂ ਅਗਰ ਗੱਲ ਕਰਾਂ ਇਨ ਦਾ ਡਾਟਾ ਸਟਰਕਚਰ, ਮੈਂ ਅਗਰ ਕੋਈ ਕਿਤਾਬ ਕੱਢਣੀ ਆ ਤਾਂ ਜਿਹੜੀ ਸਭ ਤੋਂ ਪਹਿਲਾਂ ਪਾਈ ਆ ਮੈਂ ਬਿਲਕੁਲ ਕਿਤੇ ਕੱਢੂੰਗਾ? ਲਾਸਟ ਤੇ ਕੱਢੂੰਗਾ। ਕਿਉਂਕਿ ਇਹਦਾ ਕਾਰਨ ਕੀ ਹੈ? ਜਿਹੜਾ ਸਟੈਕ ਹੈਗਾ ਬੇਟੇ ਉਹ ਕੰਮ ਕਰਦਾ ਲੀਫੋ ਦੇ ਉੱਪਰ। ਉਹ ਕੀ ਕੰਮ ਕਰਦਾ? ਲੀਫੋ ਦੇ ਉੱਪਰ। ਕਹਿੰਦਾ ਲਾਸਟ ਇਨ ਫਸਟ ਆਊਟ। ਉਹਦਾ ਮਤਲਬ ਕੀ ਹੈ? ਕਿਉਂ ਦੇਖੋ ਲਾਸਟ ਦੇ ਵਿੱਚ ਕਿਹੜੀ ਕਿਤਾਬ ਰੱਖੀ? ਮੈਂ ਆਹ ਕਿਤਾਬ ਰੱਖੀ, ਕਿਉਂਕਿ ਪਹਿਲਾਂ ਆਹ ਕਿਤਾਬ ਰੱਖੂੰਗਾ, ਫਿਰ ਆਹ ਰੱਖੂੰਗਾ, ਫਿਰ ਆਹ ਰੱਖੂੰਗਾ, ਫਿਰ ਆਹ ਰੱਖੂੰਗਾ, ਫਿਰ ਆਹ ਰੱਖੂੰਗਾ। ਜਿਹੜੀ ਲਾਸਟ ਤੇ ਰੱਖੀ ਉਹ ਪਹਿਲਾਂ ਬਾਹਰ ਕੱਢੂੰਗਾ। ਮਤਲਬ ਕਿ ਜੇ ਮੈਂ ਚੱਕਣੀ ਹੋਵੇ ਕਿਤਾਬ, ਸਭ ਤੋਂ ਉੱਪਰ ਵਾਲੀ ਚੱਕੂੰਗਾ। ਤੈਨੂੰ ਕਹਿ ਦਿੰਦੇ ਟੌਪ। ਠੀਕ ਹੈ। ਤਾਂ ਬਸ ਇੱਥੋਂ ਕਹਾਣੀ ਤੁਹਾਨੂੰ ਸਮਝ ਆ ਗਈ। ਜਿਹੜਾ ਸਟੈਕ ਹੁੰਦਾ ਰਾਜੇ ਉਹ ਕੀ ਕੰਮ ਕਰਦਾ? ਲੀਫੋ ਦੇ ਉੱਪਰ ਕੰਮ ਕਰਦਾ। ਇਹਦੇ ਵਿੱਚ ਇੱਕ ਹੀ ਐਂਡ ਹੁੰਦਾ। ਬਾਕੀ ਅਗਰ ਆਪਾਂ ਗੱਲ ਕਰਾਂਗੇ ਐਰੇ ਦੀ, ਐਰੇ 'ਚ ਵੀ 2 ਐਂਡ ਹੁੰਦੇ ਆ, ਕਿਊ ਦੇ ਵਿੱਚ ਵੀ 2 ਐਂਡ ਹੁੰਦੇ ਆ, ਲਿੰਕ ਲਿਸਟ ਦੇ ਵਿੱਚ ਵੀ ਹੋ ਸਕਦੇ ਆ।
ਬਟ ਜਿਹੜਾ ਸਟੈਕ ਹੈਗਾ ਰਾਜੇ ਇਹਦੇ ਵਿੱਚ ਇੱਕ ਹੀ ਐਂਡ ਹੁੰਦਾ ਵੀ ਜਿਹੜਾ ਆਹੀ ਇੱਥੇ ਆਪਾਂ ਕੋਈ ਚੀਜ਼ ਬਾਹਰ ਕੱਢ ਸਕਦੇ ਹਾਂ, ਇੱਥੇ ਆਪਾਂ ਨਵੀਂ ਚੀਜ਼ ਰੱਖ ਸਕਦੇ ਹਾਂ, ਨਵੀਂ ਕਿਤਾਬ ਰੱਖਣੀ ਇੱਥੇ ਰੱਖ ਸਕਦੇ ਹਾਂ, ਇੱਥੋਂ ਹੀ ਬਾਹਰ ਕੱਢ ਸਕਦੇ ਹਾਂ। ਠੀਕ ਹੈ ਜੀ। ਤਾਂ ਸਟੈਕ ਕੀ ਹੈ ਬੇਟੇ, ਇੱਕ ਤਰ੍ਹਾਂ ਦਾ ਲੀਨੀਅਰ ਡਾਟਾ ਸਟਰਕਚਰ। ਇੱਕ ਤਾਂ ਇਹ ਯਾਦ ਰੱਖਣਾ ਵੀ ਇਹ ਲੀਨੀਅਰ ਡਾਟਾ ਸਟਰਕਚਰ ਹੈ। ਤਾਂ ਇਹ ਕਿਹਦੇ ਉੱਪਰ ਕੰਮ ਕਰਦਾ, ਇਹ 101% ਤੁਸੀਂ ਯਾਦ ਰੱਖਣਾ, ਤੁਹਾਨੂੰ ਪੁੱਛਿਆ ਜਾਊਗਾ। ਇਹ ਕੰਮ ਕਰਦਾ ਲਾਸਟ ਇਨ ਫਸਟ ਆਊਟ, ਲੀਫੋ ਦੀ ਫੁੱਲ ਫਾਰਮ ਪੁੱਛ ਲੈਂਦੇ ਆ। ਕਲੀਅਰ ਹੈ ਜੀ। ਇਹ ਪਾਈਲ ਆਫ ਬੁੱਕਸ ਕੀ ਹੋ ਗਿਆ, ਐਗਜ਼ਾਮਪਲ ਹੋ ਗਿਆ ਕਿਹਦੀ, ਸਟੈਕ ਦੀ। ਕਲੀਅਰ ਹੈ। ਹੁਣ ਅੱਗੇ ਚੱਲਦੇ ਹਾਂ ਆਪਾਂ। ਹੁਣ ਜਿਹੜਾ ਸਟੈਕ ਹੈਗਾ ਬੇਟੇ, ਸਟੈਕ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀ, ਜਿਵੇਂ ਮੈਂ ਤੁਹਾਨੂੰ ਦੱਸ ਕੇ ਆਇਆ ਵੀ ਆਪਾਂ ਇੱਥੇ ਕੀ ਕਰ ਸਕਦੇ ਹਾਂ, ਆਪਰੇਸ਼ਨਸ ਕਰ ਸਕਦੇ ਹਾਂ। ਪਰ ਜਿਹੜਾ ਸਟੈਕ ਹੈਗਾ, ਸਟੈਕ ਦੇ ਉੱਪਰ ਸਿਰਫ ਆਪਾਂ ਦੋ ਆਪਰੇਸ਼ਨਸ ਕਰ ਸਕਦੇ ਹਾਂ। ਪਹਿਲਾ ਹੈਗਾ ਜਾਂ ਇਨਸਰਟ ਕਰਨਾ, ਤਾਂ ਇਨਸਰਟ ਕਰਨ ਨੂੰ ਆਪਾਂ ਇਨਸਰਟ ਨਹੀਂ ਬੋਲਦੇ, ਕੀ ਬੋਲਦੇ ਆ, ਪੁਸ਼ ਆਪਰੇਸ਼ਨ ਬੋਲਦੇ ਆ। ਕੀ ਬੋਲਾਂਗੇ ਜੀ, ਪੁਸ਼ ਆਪਰੇਸ਼ਨ। ਜਾਂ ਦੂਜਾ ਕੰਮ ਕੀ ਕਰ ਸਕਦੇ ਆ ਆਪਾਂ, ਡਿਲੀਟ ਕਰ ਸਕਦੇ ਹਾਂ। ਇੱਥੇ ਡਿਲੀਟ ਨਹੀਂ ਬੋਲਦੇ, ਕੀ ਬੋਲਦੇ ਆ, ਪੌਪ। ਇਹ ਯਾਦ ਰੱਖ ਲਿਓ, ਪੁਸ਼ ਐਂਡ ਪੌਪ ਆਰ ਰਿਲੇਟਡ ਟੂ ਦਾ ਸਟੈਕ। ਤੁਹਾਨੂੰ ਪੁੱਛਿਆ ਜਾਊਗਾ ਜਿਹੜਾ ਪੁਸ਼ ਆਪਰੇਸ਼ਨ ਹੈ ਜਾਂ ਪੌਪ ਆਪਰੇਸ਼ਨ ਹੈ ਕਿਹੜੇ ਡਾਟਾ ਸਟਰਕਚਰ ਦੇ ਨਾਲ ਰਿਲੇਟਡ ਹੈ। ਉੱਥੇ ਐਗਜ਼ਾਮਪਲ ਮਤਲਬ ਆਪਸ਼ਨ ਦੇ ਵਿੱਚ ਸਟੈਕ ਪਿਆ ਹੋਊਗਾ, ਲਿੰਕ ਲਿਸਟ ਪਿਆ ਹੋਊਗਾ, ਐਰੇ ਪਿਆ ਹੋਊਗਾ। ਤੁਸੀਂ ਯਾਦ ਰੱਖਣਾ ਸਟੈਕ ਦੇ ਨਾਲ ਰਿਲੇਟਡ ਹੈ। ਤੇ ਪੁਸ਼ ਦਾ ਮਤਲਬ ਕੀ ਹੈ, ਨਵਾਂ ਐਲੀਮੈਂਟ ਇਨਸਰਟ ਕਰਨਾ। ਤੇ ਡਿਲੀਟ ਦਾ ਮਤਲਬ ਕੀ ਹੈ, ਪੌਪ ਦਾ ਮਤਲਬ ਕੀ ਹੈ, ਡਿਲੀਟ ਕਰਨਾ। ਤਾਂ ਰਾਜੇ ਦੇਖੋ ਆਹ ਸਟੈਕ ਹੋ ਗਿਆ, ਇਹ ਸਟੈਕ ਦੇ ਵਿੱਚ ਸ਼ੁਰੂ ਹੁੰਦਾ ਹੈ ਤੇ ਇਹਦਾ ਇੱਕ ਹੀ ਐਂਡ ਹੈ, ਟੌਪ ਐਂਡ। ਉੱਥੋਂ ਹੀ ਕੋਈ ਚੀਜ਼ ਆਪਾਂ ਨਵੀਂ ਇਨਸਰਟ ਕਰਾਂਗੇ, ਉੱਥੋਂ ਹੀ ਬਾਹਰ ਕੱਢਾਂਗੇ। ਗੱਲ ਸਮਝ ਆ ਗਈ। ਇਹਨੂੰ ਕਹਿ ਦਾਂਗੇ ਜੀ ਸਟੈਕ। ਹੁਣ ਜਿਹੜਾ ਸਟੈਕ ਹੈਗਾ ਬੇਟੇ, ਉਹਨੂੰ ਰਿਪਰੈਜ਼ੈਂਟ ਕਰ ਸਕਦੇ ਦੋ ਤਰੀਕੇ ਦੇ ਨਾਲ। ਆਪਾਂ ਐਰੇ ਨਾਲ ਵੀ ਕਰ ਸਕਦੇ ਹਾਂ, ਲਿੰਕ ਲਿਸਟ ਨਾਲ ਵੀ ਕਰ ਸਕਦੇ ਹਾਂ। ਜਿਹੜਾ ਐਰੇ ਨਾਲ ਆਪਾਂ ਰਿਪਰੈਜ਼ੈਂਟ ਕਰਦੇ ਉਹਨੂੰ ਕਹਿ ਦਿੰਦੇ ਆ ਸਟੈਟਿਕ। ਸਟੈਟਿਕ ਦਾ ਮਤਲਬ ਕੀ ਹੁੰਦਾ, ਫਿਕਸ ਹੁੰਦਾ ਹੈ। ਚਲੋ ਹੁਣ ਮੈਂ ਥੋੜਾ ਜਿਹਾ ਜ਼ਿਆਦਾ ਡਿਟੇਲ 'ਚ ਨਹੀਂ ਜਾਂਦਾ। ਜਿਹੜਾ ਐਰੇ ਹੁੰਦਾ ਰਾਜੇ ਫਿਕਸ ਹੁੰਦਾ ਹੈ, ਕਿਉਂਕਿ ਆਪਾਂ ਜਦੋਂ ਐਰੇ ਨੂੰ ਆਪਾਂ ਜਿਵੇਂ ਮੰਨ ਲਓ ਮੈਂ ਐਰੇ ਡਿਕਲੇਅਰ ਕਰਦਾ ਇੰਟ ਰੋਲ ਨੰਬਰ 5, ਤਾਂ ਮੈਂ ਸਟਾਰਟਿੰਗ ਦੇ ਵਿੱਚ ਹੀ ਕਹਿ ਦਿੰਦਾ ਵੀ ਮੈਂ 5 ਰੋਲ ਨੰਬਰ ਹੀ ਲਵਾਂਗਾ, 5 ਤੋਂ ਵੱਧ ਨਹੀਂ ਲੈ ਸਕਦਾ। ਮੈਨੂੰ ਐਡਵਾਂਸ 'ਚ ਦੱਸਣਾ ਪੈਂਦਾ। ਇਹਨੂੰ ਕਹਿ ਦਿੰਦੇ ਫਿਕਸ ਕਰਤਾ ਆਪਾਂ ਸਟੈਟਿਕ। ਸਟੈਟਿਕ ਦਾ ਮਤਲਬ ਕੀ ਹੁੰਦਾ, ਫਿਕਸ ਕਰਤਾ। ਮੈਂ ਇਹਦਾ ਸਾਈਜ਼ ਇਹਦੇ ਵਿੱਚ 5 ਰੋਲ ਨੰਬਰ ਹੀ ਆ ਸਕਦੇ ਆ। ਡਾਇਨਾਮਿਕ ਦਾ ਮਤਲਬ ਕੀ ਹੁੰਦਾ ਰਾਜੇ, ਡਾਇਨਾਮਿਕ ਦਾ ਮਤਲਬ ਹੁੰਦਾ ਪ੍ਰੋਗਰਾਮਿੰਗ ਦੇ ਵਿੱਚ ਕਿ ਆਪਾਂ ਰਨ ਟਾਈਮ ਤੇ ਮੈਮਰੀ ਦੇ ਸਕਦੇ ਹਾਂ। ਕਿ ਆਪਾਂ ਮਤਲਬ ਮੈਂ ਲਿੰਕ ਲਿਸਟ ਲੈ ਲਈ, ਲਿੰਕ ਲਿਸਟ ਦਾ ਸਾਈਜ਼ ਸੀਗਾ 5, ਪਰ ਬਾਅਦ ਵਿੱਚ ਜਾ ਕੇ ਮੈਨੂੰ ਜ਼ਰੂਰਤ ਪੈ ਗਈ 6 ਦੀ, ਤਾਂ ਮੈਂ ਉਹਦਾ ਸਾਈਜ਼ ਵਧਾ ਘਟਾ ਸਕਦਾ, ਫਲੈਕਸੀਬਲ ਹੈ। ਠੀਕ ਹੈ, ਉਹਨੂੰ ਵਧਾ ਵੀ ਸਕਦਾ, ਮੈਂ ਘਟਾ ਵੀ ਸਕਦਾ। ਕਲੀਅਰ ਹੋ ਗਿਆ ਵਰਡ ਸਟੈਟਿਕ ਤੇ ਡਾਇਨਾਮਿਕ। ਤਾਂ ਸਟੈਕ ਨੂੰ ਆਪਾਂ ਰਿਪਰੈਜ਼ੈਂਟ ਕਰ ਸਕਦੇ ਹਾਂ। ਸਟੈਕ ਨੂੰ ਆਪਾਂ ਐਰੇ ਨਾਲ ਵੀ ਕਰ ਸਕਦੇ ਹਾਂ, ਲਿੰਕ ਲਿਸਟ ਨਾਲ ਵੀ ਕਰ ਸਕਦੇ ਹਾਂ। ਜ਼ਿਆਦਾਤਰ ਐਰੇ ਨਾਲ ਹੀ ਪੁੱਛਿਆ ਜਾਂਦਾ ਹੁੰਦਾ, ਬਟ ਆਪਾਂ ਲਿੰਕ ਲਿਸਟ ਨਾਲ ਵੀ ਕਰ ਲਾਂਗੇ, ਕੋਈ ਵੱਡੀ ਗੱਲ ਨਹੀਂ ਹੈਗੀ। ਹੁਣ ਗੱਲ ਕਰਦੇ ਹਾਂ ਜੀ, ਆਪਾਂ ਐਰੇ ਨੂੰ ਰਿਪਰੈਜ਼ੈਂਟ ਕਰਦੇ ਹਾਂ, ਸਟੈਕ ਨੂੰ ਰਿਪਰੈਜ਼ੈਂਟ ਕਰਦੇ ਹਾਂ ਐਰੇ ਦੇ ਨਾਲ। ਹੁਣ ਕੀ ਹੁੰਦਾ ਬੇਟੇ, ਜਿਵੇਂ ਮੰਨ ਲਓ ਆਹ ਤੁਹਾਡੇ ਸਾਹਮਣੇ ਬਣਿਆ ਹੋਇਆ ਹੈ। ਠੀਕ ਹੈ, ਤੁਹਾਡੇ ਸਾਹਮਣੇ ਕੀ ਹੈ, ਇੱਕ ਮੈਂ ਲੈ ਲਿਆ ਸਟੈਕ ਲੈ ਲਿਆ। ਇਹਦਾ ਸਾਈਜ਼ ਕਿੰਨਾ ਰਾਜੇ 5 ਹੈ, ਕਿਉਂਕਿ ਇਹਦੇ ਵਿੱਚ ਮੈਕਸਿਮਮ ਕਿੰਨੇ ਆ ਸਕਦੇ, ਐਲੀਮੈਂਟ 5 ਆ ਸਕਦੇ। ਦੇਖੋ 1 2 3 4 5। ਹੁਣ ਤੁਹਾਨੂੰ ਪਤਾ ਵੀ ਜਿਹੜਾ ਐਰੇ ਹੈਗਾ ਉਹ 0 ਤੋਂ ਸਟਾਰਟ ਹੁੰਦਾ ਹੈ, ਬਟ ਆਪਾਂ 1 ਤੋਂ ਵੀ ਕਰ ਸਕਦੇ ਹਾਂ। ਠੀਕ ਹੈ, ਉਹ ਆਪਣੀ ਮਰਜ਼ੀ ਹੁੰਦੀ ਹੈ। ਹੁਣ ਮੈਂ ਦੋਵਾਂ ਨਾਲ ਹੀ ਕਰਾ ਦਿੰਦਾ, 0 ਨਾਲ ਵੀ ਕਰਾ ਦਿੰਦਾ, 1 ਨਾਲ ਵੀ ਕਰਾ ਦਿੰਦਾ। ਹੁਣ ਦੇਖੋ ਇਹਦੇ ਚ ਐਲੀਮੈਂਟ ਕਿੰਨੇ ਆ, 5 ਹੈ। ਜੇ ਮੈਂ 0 ਤੋਂ ਸਟਾਰਟ ਕਰਾਂ ਤਾਂ 0 ਤੋਂ ਕਿੰਨੇ ਹੋ ਜਾਣਗੇ, 4, ਬਟ ਐਲੀਮੈਂਟ ਤਾਂ 5 ਹੀ ਹੋਣਗੇ, ਕਿਉਂਕਿ ਆਪਾਂ 0 ਨੂੰ ਕੀ ਕਰਦੇ ਹਾਂ, ਕਾਊਂਟ ਕਰਦੇ ਹਾਂ। ਕਲੀਅਰ ਹੈ। ਹੁਣ ਜਦੋਂ ਵੀ ਆਪਾਂ ਦੇਖੋ ਇਹ ਰਿਪਰੈਜ਼ੈਂਟੇਸ਼ਨ ਹੈ ਆਪਣੀ ਸਟੈਕ ਦੀ, ਕਿਹਦੇ ਨਾਲ, ਐਰੇ ਦੇ ਨਾਲ। ਕਲੀਅਰ ਹੋ ਗਿਆ। ਹੁਣ ਜੇ ਮੈਂ ਇੱਥੇ ਗੱਲ ਕਰਾਂ, ਅਗਰ ਮੈਂ 0 ਨਾਲ ਕਰ ਰਿਹਾ ਤਾਂ ਜੋ ਟੌਪ ਹੈਗਾ, ਟੌਪ ਦੀ ਵੈਲਿਊ ਕਿੰਨੀ, 0। ਕਿਉਂ ਟੌਪ ਦੀ ਵੈਲਿਊ 0 ਕਿਉਂ ਆ, ਕਿਉਂਕਿ ਇੱਥੇ ਕੋਈ ਐਲੀਮੈਂਟ ਨਹੀਂ ਹਜੇ ਹੈਗਾ ਆਪਣੇ ਕੋਲੇ, ਸਾਰਾ ਕੀ ਹੈ, ਖਾਲੀ ਪਿਆ। ਜੇ ਮੈਂ 0 ਨਾਲ ਸਟਾਰਟ ਕਰ ਰਿਹਾ, ਜੇ ਮੈਂ ਕਹਦਾ ਮੈਂ ਟੌਪ ਇਜ਼ ਇਕੁਅਲ ਟੂ -1, ਤਾਂ ਜੇ ਮੈਂ 0 ਤੋਂ ਸਟਾਰਟ ਕਰ ਰਿਹਾ ਤਾਂ -1 ਦਾ ਮਤਲਬ ਕੀ ਹੈ ਕਿ ਟੌਪ ਦੇ ਵਿੱਚ ਕੋਈ ਵੈਲਿਊ ਨਹੀਂ ਹੈਗੀ। ਠੀਕ ਹੈ, ਤਾਂ ਧਿਆਨ ਰੱਖਣਾ, ਜੇ ਤਾਂ ਮੈਂ 1 ਨਾਲ ਸਟਾਰਟ ਕਰੂੰਗਾ ਤਾਂ ਟੌਪ 0 ਹੋਊਗਾ, ਜੇ 0 ਤੋਂ ਸਟਾਰਟ ਕਰੂੰਗਾ ਤਾਂ -1 ਹੋਊਗਾ। ਠੀਕ ਹੈ, ਸਮਝ ਆ ਗਈ ਮੇਰੀ ਗੱਲ। ਅੱਗੇ ਚੱਲਦੇ ਆ ਜੀ। ਹੁਣ ਆਪਾਂ ਇੱਥੇ ਕਰਦੇ ਆ ਪੁਸ਼ ਆਪਰੇਸ਼ਨ। ਪੁਸ਼ ਦਾ ਮਤਲਬ ਕੀ ਹੁੰਦਾ, ਇਨਸਰਟ ਕਰਨਾ। ਸਟਾਰਟਿੰਗ ਦੇ ਵਿੱਚ ਕੀ ਹੈ, ਮੇਰੇ ਕੋਲ ਖਾਲੀ ਪਿਆ, ਮੇਰੇ ਕੋਲ ਕੀ ਹੈ, ਖਾਲੀ ਪਿਆ। ਠੀਕ ਹੈ, ਹੁਣ ਖਾਲੀ ਪਿਆ ਤੇ ਜਦੋਂ ਵੀ ਕੋਈ ਚੀਜ਼ ਇਨਸਰਟ ਕਰਨੀ ਹੈ, ਤੁਹਾਨੂੰ ਪੁੱਛਿਆ ਜਾਊਗਾ ਵੀ ਕਿਹੜੀ ਕੰਡੀਸ਼ਨ ਚੈੱਕ ਹੁੰਦੀ ਹੈ, ਤਾਂ ਉੱਥੇ ਚੈੱਕ ਹੁੰਦੀ ਹੈ ਰਾਜੇ ਓਵਰਫਲੋ। ਕਿਹੜੀ ਕੰਡੀਸ਼ਨ ਚੈੱਕ ਹੁੰਦੀ ਹੈ, ਓਵਰਫਲੋ। ਹੁਣ ਓਵਰਫਲੋ ਦਾ ਮਤਲਬ ਕੀ ਹੈ ਕਿ ਮੰਨ ਲਓ ਮੇਰੇ ਕੋਲੇ 4 ਕੁਰਸੀਆਂ ਸੀਗੀਆਂ, ਆ ਕੁਰਸੀਆਂ ਨੇ ਮੇਰੇ ਕੋਲੇ 1 2 3 ਤੇ 4। ਹੁਣ ਮੰਨ ਲਓ ਇੱਥੇ ਵੀ ਇੱਕ ਬੰਦਾ ਬੈਠਾ ਕੁਰਸੀ ਤੇ, ਆ ਵੀ ਬੰਦਾ ਬੈਠਾ ਹੋਇਆ, ਆ ਵੀ ਬੈਠਾ ਹੋਇਆ, ਆ ਵੀ ਬੈਠਾ ਹੋਇਆ। ਇੱਕ ਨਵਾਂ ਬੱਚਾ ਆਇਆ, ਉਹਨੇ ਬੈਠਣਾ ਹੈ, ਪਰ ਜਗ੍ਹਾ ਹੈ ਨਹੀਂ ਖਾਲੀ, ਉਹ ਬੈਠ ਸਕਦਾ ਨਹੀਂ, ਬੈਠ ਸਕਦਾ। ਇਹਨੂੰ ਕਹਿ ਦਾਂਗੇ ਆਪਾਂ ਓਵਰਫਲੋ। ਉਵੇਂ ਰਾਜੇ ਸਟੈਕ ਹੈ, ਸਟੈਕ ਦੇ ਵਿੱਚ ਸਾਈਜ਼ ਸੀਗਾ 5 ਤੇ ਆਲਰੇਡੀ ਉਹਦੇ ਵਿੱਚ 5 ਐਲੀਮੈਂਟ ਹੈਗੇ ਆ, ਤੇ ਨਵਾਂ ਐਲੀਮੈਂਟ ਅਗਰ ਆਪਾਂ ਪਾਉਣ ਦੀ ਕੋਸ਼ਿਸ਼ ਕਰਾਂਗੇ, ਉਹ ਕੀ ਹੋ ਜਾਊਗਾ, ਓਵਰਫਲੋ ਹੋ ਜਾਊਗਾ। ਫਿਰ ਇਹਨੂੰ ਆਪਾਂ ਚੈੱਕ ਕਰਨਾ ਪੈਂਦਾ ਹੁੰਦਾ। ਉਹ ਚੈੱਕ ਕਿਵੇਂ ਕਰਦੇ ਆ, ਮੰਨ ਲਓ ਜਿਹੜਾ ਆ ਸਟੈਕ ਹੈਗਾ, ਇਹਦਾ ਸਾਈਜ਼ ਕਿੰਨਾ ਹੈਗਾ, ਇਹਦਾ ਸਾਈਜ਼ ਕਿੰਨਾ ਹੈਗਾ ਰਾਜੇ, ਇਹਦਾ ਸਾਈਜ਼ ਹੈਗਾ 4। ਆਪਾਂ ਚੈੱਕ ਕੀ ਕਰਾਂਗੇ ਕਿ ਅਗਰ ਟੌਪ ਦੀ ਵੈਲਿਊ ਕਿੰਨੀ ਆ ਗਈ, 4 ਆ ਗਈ, ਟੌਪ ਦੀ ਵੈਲਿਊ ਵੀ 4 ਆ ਗਈ ਤੇ ਸਾਈਜ਼ ਦੀ ਵੈਲਿਊ ਵੀ 4 ਆ ਗਈ, ਇਹ ਕੀ ਹੋ ਜਾਊਗਾ, ਓਵਰਫਲੋ ਹੋ ਜਾਊਗਾ। ਠੀਕ ਹੈ, ਦੇਖੋ ਸਾਈਜ਼ ਵੀ 4 ਆ, ਮੰਨ ਲਓ ਇੱਥੇ ਐਲੀਮੈਂਟ ਪਾ ਦਿੰਦਾ ਮੈਂ, ਇੱਥੇ ਐਲੀਮੈਂਟ ਪਾਤਾ A B C D, ਤਾਂ 4 ਐਲੀਮੈਂਟ ਆਲਰੇਡੀ ਪਏ ਆ,
ਸਾਈਜ਼ ਵੀ 4 ਹੈ ਤੇ ਨਵਾਂ ਐਲੀਮੈਂਟ ਮੈਂ e ਪਾਉਣ ਦੀ ਕੋਸ਼ਿਸ਼ ਕਰੂੰਗਾ, ਨਹੀਂ ਪਾਊਗਾ, ਕੀ ਹੋ ਜਾਊਗਾ, ਉਹ ਓਵਰਫਲੋ ਹੋ ਜਾਊਗਾ। ਜੇ ਮੈਂ 0 ਦੇ ਨਾਲ ਗੱਲ ਕਰੂੰਗਾ ਰਾਜੇ, 0 ਦੇ ਨਾਲ ਮਤਲਬ ਹੁੰਦਾ ਕਿ ਜੇ ਸਾਈਜ਼ ਮੇਰਾ ਮੈਕਸਿਮਮ -1 ਹੋ ਜਾਵੇ ਤਾਂ ਕੀ ਹੋ ਜਾਊਗਾ, ਓਵਰਫਲੋ ਹੋ ਜਾਊਗਾ। ਠੀਕ ਹੈ, ਕਿਉਂਕਿ ਲਾਸਟ ਤੇ 0 ਹੈ ਨਾ, 0 ਨੂੰ ਕਾਊਂਟ ਕਰਦਾ ਉਹ। ਜੇ ਟੌਪ -1 ਹੋਊਗਾ ਤਾਂ ਖਾਲੀ ਹੈ, ਜੇ ਮੈਕਸਿਮਮ -1 ਹੋ ਜਾਊਗਾ ਕੀ ਹੋ ਜਾਊਗਾ, ਉਹ ਓਵਰਫਲੋ ਹੋ ਜਾਊਗਾ। ਤੁਸੀਂ 1 ਦੇ ਨਾਲ ਕਰ ਲਓ, ਬਸ 0 ਨਾਲ ਚੱਕਰ 'ਚ ਪੈਣ ਦੀ ਜ਼ਰੂਰਤ ਨਹੀਂ ਹੈਗੀ। ਓਕੇ ਹੈ ਜੀ। ਪੁਸ਼ ਆਪਰੇਸ਼ਨ ਕਰਨ ਤੋਂ ਪਹਿਲਾਂ ਇੱਕ ਕੰਡੀਸ਼ਨ ਚੈੱਕ ਹੋਊਗੀ, ਦੈਟ ਇਜ਼ ਓਵਰਫਲੋ। ਉਹਨੂੰ ਆਪਾਂ ਚੈੱਕ ਕਰਾਂਗੇ। ਜੇ ਓਵਰਫਲੋ ਨਹੀਂ ਹੈਗਾ, ਮੰਨ ਲਓ ਸਾਈਜ਼ ਟੌਪ ਦੇ ਬਰਾਬਰ ਨਹੀਂ ਆਉਂਦਾ, ਜਾਂ ਐ ਕਹ ਲਓ ਟੌਪ ਛੱਡੋ, ਮੈਕਸਿਮਮ ਵੈਲਿਊ, ਸਾਈਜ਼ ਕਹਿ ਲਓ ਜਾਂ ਮੈਕਸਿਮਮ ਵੈਲਿਊ ਕਹਿ ਲਓ, ਜੇ ਉਹ ਕੀ ਹੈ ਟੌਪ ਦੇ ਬਰਾਬਰ ਨਹੀਂ ਹੈਗਾ ਤਾਂ ਕੀ ਉਹਦਾ ਮਤਲਬ ਕੀ ਹੈ, ਉਹਦੇ ਵਿੱਚ ਕੋਈ ਨਾ ਕੋਈ ਜਗ੍ਹਾ ਹੈਗੀ, ਆਪਾਂ ਇਨਸਰਟ ਕਰ ਸਕਦੇ ਹਾਂ। ਤੁਹਾਨੂੰ ਮੈਂ ਇਨਸਰਟ ਕਰਕੇ ਦਿਖਾਉਣਾ। ਹੁਣ ਦੇਖੋ, ਸਭ ਤੋਂ ਪਹਿਲਾਂ ਜਦੋਂ ਵੀ ਆਪਾਂ ਇਨਸਰਸ਼ਨ ਕਰਦੇ ਹਾਂ, ਟੌਪ ਦੀ ਵੈਲਿਊ ਹਮੇਸ਼ਾ ਕੀ ਹੋ ਜੂਗੀ, +1 ਹੁੰਦੀ ਜਾਊਗੀ। ਜਿਵੇਂ ਐਰੇ ਦੇ ਵਿੱਚ ਕੀ ਹੈ 0 +1 1 +1 2 +1 3, ਉਵੇਂ ਸਟੈਕ ਦੇ ਵਿੱਚ ਕੀ ਹੈ ਇੱਕ ਵੈਲਿਊ ਪਲੱਸ ਹੁੰਦੀ ਜਾਊਗੀ। ਜਿਵੇਂ ਆਹ ਦੇਖੋ 1 1 +2 3 4 5, ਜਿੰਨਾ ਦਾ ਸਾਈਜ਼ ਹੋਊਗਾ। ਹੁਣ ਹਜੇ ਸਟਾਰਟਿੰਗ ਦੇ ਵਿੱਚ ਐਮਟੀ ਸੀਗਾ ਤਾਂ ਟੌਪ ਦੀ ਵੈਲਿਊ ਕਿੰਨੀ ਸੀਗੀ, 0 ਸੀਗੀ। ਜਦੋਂ ਮੈਂ ਇੱਕ ਐਲੀਮੈਂਟ ਪਾ ਦੂੰਗਾ, ਟੌਪ ਦੀ ਵੈਲਿਊ ਕਿੰਨੀ ਹੋ ਜੂਗੀ, 1 ਹੋ ਜੂਗੀ। ਮੈਂ ਇੱਕ ਐਲੀਮੈਂਟ ਕੀ ਪਾਤਾ, 10 ਪਾਤਾ, ਪਹਿਲਾਂ ਟੌਪ ਦੀ ਵੈਲਿਊ ਕਿੰਨੀ ਸੀਗੀ, 0, ਅਗਲੀ ਵਾਰੀ ਕਿੰਨੀ ਹੋ ਜੂਗੀ, 0 +1 ਕਿੰਨੀ ਹੋ ਜੂਗੀ, 1। ਹੁਣ ਟੌਪ ਦੀ ਵੈਲਿਊ ਕਿੰਨੀ ਹੈ, 1। ਇਹਦਾ ਮਤਲਬ ਕੀ ਹੈ ਕਿ ਉਹਦੇ ਵਿੱਚ ਇੱਕ ਐਲੀਮੈਂਟ ਆ ਗਿਆ। ਅਗਲੀ ਵਾਰੀ ਮੈਂ ਫਿਰ ਕੀ ਕਰੂੰਗਾ, ਇੱਕ ਐਲੀਮੈਂਟ ਹੋਰ ਪਾ ਦੂੰਗਾ ਤਾਂ ਟੌਪ ਦੀ ਵੈਲਿਊ ਕਿੰਨੀ ਹੋ ਜੂਗੀ, 2 ਹੋ ਜੂਗੀ। ਤਾਂ ਮੈਂ ਇੱਕ ਐਲੀਮੈਂਟ ਹੋਰ ਪਾਤਾ 20, ਉਹਦੀ ਵੈਲਿਊ ਕਿੰਨੀ ਹੋ ਗਈ, 2 ਹੋ ਗਈ। ਇੱਕ ਐਲੀਮੈਂਟ ਹੋਰ ਪਾਤਾ ਮੈਂ, ਉਹਦੀ ਵੈਲਿਊ ਕਿੰਨੀ ਹੋ ਗਈ, ਟੌਪ ਦੀ ਵੈਲਿਊ ਕਿੰਨੀ ਹੋ ਗਈ, 3 ਹੋ ਗਈ। ਹੁਣ ਬਸ ਇੱਕ ਹੋਰ ਰਹਿ ਗਿਆ, ਮੈਂ ਇੱਕ ਹੋਰ ਪਾ ਦਿੰਦਾ ਤਾਂ ਟੌਪ ਦੀ ਵੈਲਿਊ ਕਿੰਨੀ ਹੋ ਜੂਗੀ, 4। ਹੁਣ ਕਹਿਣ ਦਾ ਮਤਲਬ ਕੀ ਹੈ ਜੀ, ਟੌਪ ਦੀ ਵੈਲਿਊ ਕਿੰਨੀ ਹੋ ਗਈ, 4, ਤੇ ਜਿਹੜਾ ਮੈਕਸਿਮਮ ਸਾਈਜ਼ ਸੀਗਾ, ਜਾਂ ਮੈਕਸਿਮਮ ਕਹਿ ਲਓ ਜਾਂ ਸਾਈਜ਼ ਕਹਿ ਲਓ, ਉਹਦੀ ਵੈਲਿਊ ਕਿੰਨੀ ਹੈ, 4। ਹੁਣ ਜਦੋਂ ਮੈਂ ਨਵਾਂ ਐਲੀਮੈਂਟ ਇਨਸਰਟ ਕਰਨ ਦੀ ਕੋਸ਼ਿਸ਼ ਕਰੂੰਗਾ ਅਗਲੀ ਵਾਰੀ, ਟੌਪ ਦੀ ਵੈਲਿਊ ਕਿੰਨੀ ਹੈ, 5। ਤਾਂ ਟੌਪ 5 ਤਾਂ ਹੈ ਹੀ ਨਹੀਂਗਾ, ਕਿਉਂਕਿ ਆਪਣੇ ਕੋਲ ਕਿੰਨੇ ਐਲੀਮੈਂਟ ਸੀਗੇ, ਮੈਕਸਿਮਮ 4 ਪਾ ਸਕਦੇ ਸੀਗੇ। ਤਾਂ ਇਹਨੂੰ ਕੀ ਕਹਿ ਦਾਂਗੇ ਆਪਾਂ, ਓਵਰਫਲੋ ਦੀ ਕੰਡੀਸ਼ਨ ਕਹਿ ਦਾਂਗੇ। ਤਾਂ ਲਿਖਿਆ ਹੋਇਆ ਤੁਹਾਡੇ ਸਾਹਮਣੇ ਕਿ ਮੈਕਸਿਮਮ ਤੋਂ ਉੱਪਰ ਜਾਣ ਦੀ ਕੋਸ਼ਿਸ਼ ਕਰਾਂਗੇ ਤਾਂ ਕੀ ਹੋ ਜਾਊਗਾ ਰਾਜੇ, ਓਵਰਫਲੋ ਹੋ ਜਾਊਗਾ, ਕਿਉਂਕਿ ਉੱਥੇ ਕੋਈ ਸਪੇਸ ਨਹੀਂ ਹੈਗੀ। ਤਾਂ ਪੁਸ਼ ਦਾ ਮਤਲਬ ਕੀ ਹੈ, ਹਰ ਵਾਰੀ ਨਿਊ ਐਲੀਮੈਂਟ ਐਡ ਕਰਨਾ। ਜਦੋਂ ਆਪਾਂ ਐਡ ਕਰਾਂਗੇ ਹਮੇਸ਼ਾ ਕਿੰਨਾ ਹੋਊਗਾ, +1 ਹੋਊਗਾ। ਕੌਣ +1 ਹੋਊਗਾ, ਟੌਪ। ਕਲੀਅਰ ਹੈ ਜੀ। ਆਈ ਹੋਪ ਤੁਹਾਨੂੰ ਪੁਸ਼ ਵਾਲਾ ਸਮਝ ਆ ਗਿਆ ਹੋਊਗਾ। ਹੁਣ ਆਪਾਂ ਪੌਪ ਦੀ ਗੱਲ ਕਰਦੇ ਹਾਂ। ਸਿਮਿਲਰਲੀ ਬੇਟਾ, ਜਦੋਂ ਆਪਾਂ ਕੋਈ ਐਲੀਮੈਂਟ ਰਿਮੂਵ ਕਰਨਾ ਹੈ ਸਟੈਕ ਦੇ ਵਿੱਚੋਂ, ਉਹਨੂੰ ਕੀ ਕਹਿ ਦਾਂਗੇ ਆਪਾਂ, ਪੌਪ ਕਰਨਾ ਕਹਿ ਦਾਂਗੇ, ਡਿਲੀਟ ਕਰਨਾ ਕਹਿ ਦਾਂਗੇ। ਜਿਵੇਂ ਉੱਥੇ ਓਵਰਫਲੋ ਚੈੱਕ ਕਰਦੇ, ਇੱਥੇ ਰਾਜੇ ਅੰਡਰਫਲੋ ਚੈੱਕ ਕਰਦੇ ਆ। ਅੰਡਰਫਲੋ ਦਾ ਮਤਲਬ ਕੀ ਹੈ, ਹੁਣ ਮੰਨ ਲਓ ਤੁਹਾਨੂੰ ਮੈਂ ਕਹਿ ਦੇਵਾਂ ਕਿ ਆ ਕੁਰਸੀਆਂ ਪਈਆਂ ਨੇ ਮੇਰੇ ਕੋਲੇ 3, ਤੇ ਇਹਦੇ ਵਿੱਚ ਮੈਂ ਕੀ ਕਹਾਂਗਾ, ਕਿਸੇ ਬੱਚੇ ਨੂੰ ਉਠਾਉਣਾ ਹੈ ਇਸ ਕੁਰਸੀ ਤੋਂ, ਬਟ ਕੁਰਸੀ ਤੇ ਕੋਈ ਬੈਠਾ ਹੀ ਨਹੀਂ ਹੈਗਾ। ਆਪਾਂ ਨੂੰ ਉਠਾ ਸਕਦੇ ਹਾਂ ਕਿਉਂਕਿ ਕੁਰਸੀਆਂ ਤਾਂ ਆਲਰੇਡੀ ਖਾਲੀ ਨੇ, ਤਾਂ ਉੱਥੇ ਕੋਈ ਬੈਠਾ ਹੀ ਨਹੀਂ ਹੈਗਾ, ਆਪਾਂ ਕਿਹਨੂੰ ਉਠਾਵਾਂਗੇ। ਤਾਂ ਉਵੇਂ ਰਾਜੇ, ਜਿਵੇਂ ਹੁਣ ਮੰਨ ਲਓ ਇੱਕ ਸਟੈਕ ਹੈ ਮੇਰੇ ਕੋਲੇ, ਮੈਂ ਇੱਥੇ ਸਟੈਕ ਬਣਾ ਰਿਹਾ, ਮੰਨ ਲਓ ਸਟੈਕ ਹੈ, ਇਸ ਸਟੈਕ ਦਾ ਸਾਈਜ਼ ਸੀਗਾ 3, ਕਹਿ ਦਿੰਦੇ ਆਪਾਂ 1 2 ਤੇ 3, ਇਹ ਖਾਲੀ ਹੈ। ਮੈਂ ਕਹਾਂ ਇੱਥੇ ਪੌਪ ਆਪਰੇਸ਼ਨ ਕਰਨਾ ਹੈ, ਕਰ ਸਕਦੇ ਆ, ਨਹੀਂ ਕਰ ਸਕਦੇ। ਉਹਦਾ ਕਾਰਨ ਕੀ, ਇਹ ਤਾਂ ਪਹਿਲਾਂ ਹੀ ਖਾਲੀ ਹੈ, ਇਹ ਤਾਂ ਪਹਿਲਾਂ ਹੀ ਖਾਲੀ ਪਿਆ, ਇਹਨੂੰ ਆਪਾਂ ਖਾਲੀ ਕਿਵੇਂ ਕਰਾਂਗੇ। ਇਹ ਖਾਲੀ ਤਾਂ ਹੋ ਸਕਦਾ ਜੇ ਇੱਥੇ ਐਲੀਮੈਂਟ ਕੋਈ ਪਿਆ ਹੋਊਗਾ, ਤਾਂ ਉਸ ਕੰਡੀਸ਼ਨ ਨੂੰ ਆਪਾਂ ਕੀ ਕਹਿ ਦਾਂਗੇ, ਅੰਡਰਫਲੋ ਦੀ ਕੰਡੀਸ਼ਨ ਕਹਿ ਦਾਂਗੇ। ਆਪਾਂ ਅੰਡਰਫਲੋ ਚੈੱਕ ਕਰਾਂਗੇ। ਅੰਡਰਫਲੋ ਦਾ ਮਤਲਬ ਕੀ ਹੁੰਦਾ, ਐਮਟੀ, ਵੀ ਉਹ ਐਮਟੀ ਨਹੀਂ ਹੋਣਾ ਚਾਹੀਦਾ ਹੈਗਾ। ਐਮਟੀ ਚੈੱਕ ਕਿਵੇਂ ਕਰਾਂਗੇ, ਜੇ ਟੌਪ 0 ਦੇ ਬਰਾਬਰ ਹੈ ਤਾਂ ਮਤਲਬ ਕੀ ਉਹ ਐਮਟੀ ਹੈ, ਜਾਂ ਫਿਰ ਆਪਾਂ ਕਹਿ ਦਾਂਗੇ ਟੌਪ -1 ਹੈ ਤਾਂ ਮਤਲਬ ਕੀ ਹੈ, ਇਹ ਐਮਟੀ ਹੈ। ਠੀਕ ਹੈ ਜੀ। ਤਾਂ ਐਮਟੀ ਦੀ ਕੰਡੀਸ਼ਨ ਚੈੱਕ ਹੋਊਗੀ, ਅੰਡਰਫਲੋ ਦੀ ਕੰਡੀਸ਼ਨ ਚੈੱਕ ਹੋਊਗੀ। ਬਟ ਜੇ ਮੰਨ ਲਓ ਐਮਟੀ ਨਹੀਂ ਹੈਗਾ ਤਾਂ ਮਤਲਬ ਕਿ ਉਹਦੇ 'ਚ ਕੋਈ ਨਾ ਕੋਈ ਐਲੀਮੈਂਟ ਪਿਆ ਹੈ। ਤਾਂ ਉਹ ਜਿਵੇਂ ਮੰਨ ਲਓ ਇਹਦੇ 'ਚ 4 ਐਲੀਮੈਂਟ ਪਏ ਨੇ, ਤਾਂ ਇੱਥੇ ਟੌਪ ਦੀ ਵੈਲਿਊ ਕਿੰਨੀ ਹੈ, 4 ਹੈ। ਠੀਕ ਹੈ, ਤੇ ਮਤਲਬ ਕੀ ਆਪਾਂ ਇੱਥੇ ਕੀ ਕਰ ਸਕਦੇ ਹਾਂ, ਪੌਪ ਆਪਰੇਸ਼ਨ ਕਰ ਸਕਦੇ ਹਾਂ। ਤੇ ਜਿਵੇਂ ਪੁਸ਼ ਦੇ ਵਿੱਚ ਹਰ ਵਾਰੀ +1 ਹੁੰਦਾ ਸੀ, ਇੱਥੇ ਕੀ ਹੋਊਗਾ, ਟੌਪ ਹਮੇਸ਼ਾ -1। ਹੁਣ ਮੰਨ ਲਓ ਮੈਂ ਉੱਪਰ ਵਾਲਾ ਐਲੀਮੈਂਟ ਡਿਲੀਟ ਕਰਤਾ, ਜਦੋਂ ਮੈਂ ਡਿਲੀਟ ਕਰੂੰਗਾ ਟੌਪ ਦੀ ਵੈਲਿਊ ਕੀ ਹੋ ਜੂਗੀ, -1 ਹੋ ਜੂਗੀ। 4 ਤੋਂ ਕੀ ਹੋ ਜੂਗੀ, 3 ਹੋ ਜੂਗੀ। ਠੀਕ ਹੈ ਜੀ। ਤਾਂ ਇਹ ਕੀ ਹੋਗੀ, ਟੌਪ ਦੀ ਵੈਲਿਊ 3 ਹੋ ਗਈ। ਅਗਲਾ ਐਲੀਮੈਂਟ ਵੀ ਮੈਂ ਡਿਲੀਟ ਕਰਤਾ, ਟੌਪ ਦੀ ਵੈਲਿਊ ਕਿੰਨੀ ਹੋ ਗਈ, 2 ਹੋ ਗਈ। ਮੈਂ ਅਗਲਾ ਵੀ ਡਿਲੀਟ ਕਰਤਾ, ਟੌਪ ਦੀ ਵੈਲਿਊ ਕਿੰਨੀ ਹੋ ਗਈ, 1 ਹੋ ਗਈ। ਠੀਕ ਹੈ। ਤਾਂ ਜਦੋਂ ਅਗਲਾ ਵੀ ਡਿਲੀਟ ਕਰੂੰਗਾ, ਟੌਪ ਦੀ ਵੈਲਿਊ ਕਿੰਨੀ ਹੋ ਜੂਗੀ, 0 ਹੋ ਜੂਗੀ। ਜਦੋਂ ਟੌਪ ਦੀ ਵੈਲਿਊ 0 ਹੋ ਗਈ, ਇਹਦਾ ਮਤਲਬ ਕੀ ਹੈ ਕਿ ਹੁਣ ਮੈਂ ਅਗਰ ਪੌਪ ਕਰਨ ਦੀ ਕੋਸ਼ਿਸ਼ ਕਰੂੰਗਾ, ਨਹੀਂ ਹੋਊਗਾ। ਦਾ ਕਾਰਨ ਕੀ ਹੈ, ਅੰਡਰਫਲੋ। ਤਾਂ ਇੱਥੇ ਕੀ ਹੋ ਜਾਊਗਾ ਜੀ, ਅੰਡਰਫਲੋ ਦੀ ਕੰਡੀਸ਼ਨ ਆ ਜਾਊਗੀ। ਕਲੀਅਰ ਹੈ ਜੀ। ਬਹੁਤ ਔਖੇ ਤਰੀਕੇ ਨਾਲ ਤੁਹਾਨੂੰ ਸਮਝਾਤਾ ਮੈਂ। 2 ਆਪਰੇਸ਼ਨ ਹੁੰਦੇ ਆ, ਇਹ ਆਪਾਂ ਵਿਦ ਦਾ ਹੈਲਪ ਆਫ ਐਰੇ ਕੀਤਾ, ਸਟੈਟਿਕ ਰਿਪਰੈਜ਼ੈਂਟੇਸ਼ਨ ਕੀਤੀ ਹੈ। ਠੀਕ ਹੈ ਜੀ। ਹੁਣ ਅਗਰ ਗੱਲ ਕਰੀਏ, ਆਪਾਂ ਇਹਨੂੰ ਡਾਇਨਾਮਿਕ ਵੀ ਕਰ ਸਕਦੇ ਹਾਂ। ਡਾਇਨਾਮਿਕ ਕਿਵੇਂ ਕਰਾਂਗੇ, ਲਿੰਕ ਲਿਸਟ ਦੀ ਹੈਲਪ ਦੇ ਨਾਲ ਕਰਾਂਗੇ। ਹੁਣ ਲਿੰਕ ਲਿਸਟ ਤੁਹਾਨੂੰ ਮੈਂ ਕਰਵਾਇਆ ਨਹੀਂ ਹਜੇ, ਵੈਸੇ ਤੁਹਾਨੂੰ ਮੈਂ ਕਰਵਾਇਆ ਨਹੀਂ ਹਜੇ, ਬਟ ਮੈਂ ਤੁਹਾਨੂੰ ਥੋੜਾ ਸਮਝਾ ਦਿੰਦਾ ਲਿੰਕ ਲਿਸਟ ਹੁੰਦਾ ਕੀ ਹੈ। ਜਿਵੇਂ ਆ ਐਰੇ ਹੁੰਦਾ ਜਾਂ ਸਟੈਕ ਹੁੰਦਾ, ਉਵੇਂ ਲਿੰਕ ਲਿਸਟ ਹੁੰਦੀ ਹੈ। ਲਿੰਕ ਲਿਸਟ ਕੀ ਹੁੰਦੀ ਹੈ ਰਾਜੇ, ਕਲੈਕਸ਼ਨ ਆਫ ਨੋਡ ਹੁੰਦੀ ਹੈ। ਉਹਦੇ ਵਿੱਚ ਕੀ ਹੁੰਦੀਆਂ ਨੇ, ਕਲੈਕਸ਼ਨ ਆਫ ਨੋਡਸ ਹੁੰਦੀਆਂ ਨੇ। ਨੋਡ ਦੇ 2 ਪਾਰਟ ਹੁੰਦੇ ਨੇ, ਇੱਕ ਦੇ ਵਿੱਚ ਕੀ ਹੁੰਦਾ, ਡਾਟਾ ਹੁੰਦਾ, ਇੱਕ ਦੇ ਵਿੱਚ ਕੀ ਹੁੰਦਾ, ਲਿੰਕ ਹੁੰਦਾ, ਜਾਂ ਉਹਨੂੰ ਐਡਰੈਸ ਕਹਿ ਦਿੰਦੇ ਆ। ਤਾਂ ਇਹਦੇ ਵਿੱਚ ਲਿੰਕ ਡਾਟਾ ਪਾ ਦਿੰਦੇ ਆਪਾਂ,
ਤੇ ਇਹਦੇ ਵਿੱਚ ਲਿੰਕ ਹੁੰਦਾ ਅਗਲੀ ਨੋਡ ਦਾ। ਹਰੇਕ ਨੋਡ ਕੀ ਹੁੰਦੀ ਹੈ ਆਪਸ ਵਿੱਚ ਕੀ ਹੁੰਦੀ ਹੈ ਕਨੈਕਟਡ ਹੁੰਦੀ ਹੈ, ਉਹ ਮੈਂ ਅੱਗੇ ਜਾ ਕੇ ਸਮਝਾ ਦੂੰਗਾ। ਫਿਲਹਾਲ ਦੀ ਘੜੀ ਥੋੜਾ ਜਿਹਾ ਸਮਝ ਲਓ। ਤਾਂ ਆਪਾਂ ਜਿਹੜਾ ਸਟੈਕ ਹੈਗਾ ਰਾਜੇ ਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ ਲਿੰਕ ਲਿਸਟ ਦੇ ਨਾਲ। ਤੇ ਲਿੰਕ ਲਿਸਟ ਦੇ ਵਿੱਚ ਕੀ ਹੁੰਦਾ ਰਾਜੇ, ਜਿਵੇਂ ਮੰਨ ਲਓ ਇੱਕ ਸਟਾਰਟਿੰਗ ਪੁਆਇੰਟ ਹੁੰਦਾ, ਇੱਕ ਐਂਡ ਪੁਆਇੰਟ ਹੁੰਦਾ। ਐਂਡ ਪੁਆਇੰਟ ਦਾ ਕਿਵੇਂ ਪਤਾ ਲੱਗਦਾ, ਉਹਦੇ ਵਿੱਚ ਨਲ ਵੈਲਿਊ ਹੁੰਦੀ ਹੈ। ਨਲ ਦਾ ਮਤਲਬ ਹੁੰਦਾ ਜ਼ੀਰੋ, ਠੀਕ ਹੈ। ਜਦੋਂ ਉਹਨੂੰ ਜ਼ੀਰੋ ਮਿਲ ਗਿਆ ਪੁਆਇੰਟਰ ਨੂੰ, ਉਹ ਕੀ ਸਮਝੂਗਾ ਇੱਥੇ ਐਂਡ ਹੋ ਰਹੀ ਹੈ। ਜਿਵੇਂ ਉੱਥੇ ਕੀ ਸੀਗਾ, ਜਿਵੇਂ ਟੌਪ ਦੀ ਵੈਲਿਊ ਕੀ ਹੁੰਦੀ ਸੀਗੀ, ਜ਼ੀਰੋ ਹੋ ਜਾਂਦੀ ਸੀਗੀ, ਉਹ ਐਂਡ ਪੁਆਇੰਟ ਸੀਗਾ। ਇਵੇਂ ਲਿੰਕ ਲਿਸਟ ਦੇ ਵਿੱਚ ਕੀ ਹੈ, ਨਲ ਮਿਲ ਜੂਗਾ ਦਾ ਮਤਲਬ ਕੀ ਹੈ ਕਿ ਜ਼ੀਰੋ ਵੈਲਿਊ ਹੈ, ਠੀਕ ਹੈ। ਤਾਂ ਇਵੇਂ ਆਪਾਂ ਰਾਜੇ ਸਟੈਕ ਨੂੰ ਕਰ ਸਕਦੇ, ਜਿਵੇਂ ਮੰਨ ਲਓ ਸਟਾਰਟਿੰਗ ਦੇ ਵਿੱਚ A ਪਾਤਾ, B ਪਾਤਾ, C ਪਾਤਾ, D ਪਾਤਾ। ਹੁਣ ਕਈ ਬੱਚੇ ਨੇ ਮੈਨੂੰ ਮੈਸੇਜ ਆਇਆ ਇੱਕ ਸਰ ਜੀ, ਜਿਵੇਂ ਮੰਨ ਲਓ ਆਪਾਂ ਇਹਨੂੰ ਮੰਨ ਲਈਏ ਫਸਟ ਨੋਡ, ਇਹਨੂੰ ਸੈਕੰਡ, ਇਹਨੂੰ ਥਰਡ, ਵੀ ਟੌਪ ਕਿਹੜਾ ਹੋਊਗਾ ਇਹਦੇ ਵਿੱਚ, ਫਸਟ ਨੋਡ ਹੋਊਗੀ ਜਾਂ ਲਾਸਟ ਨੋਡ ਹੋਊਗੀ। ਵੈਸੇ ਜੇ ਤੁਸੀਂ ਉਹਦਾ ਆਨਸਰ ਕਰਨਾ ਤਾਂ ਫਸਟ ਨੋਡ ਕੀ ਮੰਨਦੇ ਆਪਾਂ, ਟੌਪ ਨੋਡ ਮੰਨਦੇ ਆ, ਬਟ ਇਹ ਕੰਪਲਸਰੀ ਨਹੀਂ ਹੈਗਾ ਕਿਉਂਕਿ ਇਹ ਡਾਇਨਾਮਿਕ ਹੁੰਦੀ ਹੈ। ਡਾਇਨਾਮਿਕ ਦਾ ਮਤਲਬ ਕੀ ਹੁੰਦਾ ਕਿ ਜਿਹੜੀ ਲਿੰਕ ਲਿਸਟ ਹੁੰਦੀ ਹੈ ਮੈਮਰੀ ਦੇ ਵਿੱਚ ਕੰਟੀਨਿਊਸ ਮੈਨਰ ਦੇ ਵਿੱਚ ਨਹੀਂ ਹੁੰਦੀਗੀ। ਜਿਵੇਂ ਐਰੇ ਦਾ ਕਿਵੇਂ ਹੁੰਦਾ 0 1 2 3, ਇਹ ਇੱਕ ਦੂਜੇ ਨਾਲ ਕਨੈਕਟਡ ਹੁੰਦਾ, ਬਟ ਇਹ ਜ਼ਰੂਰੀ ਨਹੀਂ ਹੈਗਾ ਲਿੰਕ ਲਿਸਟ। ਲਿੰਕ ਲਿਸਟ ਦਾ ਕੀ ਮਤਲਬ ਕੀ ਹੈ ਕਿ ਲਿੰਕ ਲਿਸਟ ਦੇ ਵਿੱਚ ਕੀ ਹੁੰਦਾ ਵੀ ਜਿਵੇਂ ਇੱਕ ਨੋਡ ਇੱਥੇ ਪਈ ਹੈ, ਇੱਕ ਨੋਡ ਇੱਥੇ ਪਈ ਹੈ, ਇੱਕ ਇੱਥੇ ਪਈ ਹੋ ਸਕਦੀ ਹੈ, ਕਿੱਥੇ ਪਈ ਹੋ ਸਕਦੀ ਮੈਮਰੀ ਦੇ ਵਿੱਚ, ਤਾਂ ਹੀ ਤਾਂ ਦੇਖੋ ਇਹਦੇ ਵਿੱਚ ਲਿੰਕ ਹੁੰਦਾ। ਇਹ ਅਗਲੀ ਨੋਡ ਦਾ ਲਿੰਕ ਕੀ ਹੈ, ਇੱਥੇ ਪਿਆ ਹੋਊਗਾ, ਅਗਲੀ ਨੋਡ ਦਾ ਲਿੰਕ ਕੀ ਹੈ, ਇੱਥੇ ਪਿਆ ਹੋਊਗਾ। ਤਾਂ ਹੀ ਇਹ ਕੀ ਹੈ, ਇਹਨੂੰ ਲਿੰਕ ਕੀਤਾ ਜਾਂਦਾ ਆਪਸ ਵਿੱਚ, ਕਿਉਂਕਿ ਇਹ ਕੰਟੀਨਿਊਸ ਮੈਨਰ ਦੇ ਵਿੱਚ ਨਹੀਂ ਹੁੰਦੀ, ਇਹਨੂੰ ਲੱਭਣਾ ਔਖਾ ਹੁੰਦਾ, ਤਾਂ ਹੀ ਇਹ ਕੰਪਲੈਕਸ ਹੁੰਦੀ ਹੈ, ਠੀਕ ਹੈ ਜੀ। ਇਹ ਨਾਨ ਕੰਟੀਨਿਊਸ ਮੈਨਰ ਦੇ ਵਿੱਚ ਹੁੰਦੀ ਹੈ। ਆ ਦੇਖੋ ਤੁਹਾਨੂੰ ਮੈਂ ਤੁਹਾਨੂੰ ਦੱਸ ਦਿੰਦਾ, ਦੇਖੋ ਜਿਵੇਂ ਸਟੈਕ ਆ ਜਿਵੇਂ ਦੇਖੋ ਡਾਟਾ ਪਿਆ, ਮੰਨ ਲਓ ਮੈਂ ਇੱਕ ਐਲੀਮੈਂਟ ਪਾਤਾ 10 ਸਟੈਕ ਦੇ ਵਿੱਚ, ਇਹਦੇ ਵਿੱਚ ਕੀ ਪਿਆ, ਐਡਰੈਸ ਪਿਆ ਨੈਕਸਟ ਨੋਡ ਦਾ। ਅਗਲੇ ਚਲੇ ਗਏ, ਇੱਥੇ ਵਿੱਚ 20 ਐਲੀਮੈਂਟ ਪਿਆ, 30 ਪਿਆ, 40 ਪਿਆ। ਤਾਂ ਟੌਪ ਨੋਡ ਆਪਾਂ ਕਿਹਨੂੰ ਕਹਿ ਸਕਦੇ ਹਾਂ, ਲਾਸਟ ਵਾਲੀ ਨੂੰ ਵੀ ਕਹਿ ਸਕਦੇ ਹਾਂ, ਫਸਟ ਵਾਲੀ ਨੂੰ ਕਹਿ ਸਕਦੇ ਹਾਂ, ਇਹ ਆਪਣੀ ਮਰਜ਼ੀ ਹੈ। ਬਟ ਆਪਾਂ ਤੁਸੀਂ ਜੇ ਕੁਐਸਚਨ ਆ ਜਾਊਗਾ ਤਾਂ ਆਨਸਰ ਕਰਕੇ ਆਣਾ ਫਸਟ ਨੋਡ ਨੂੰ ਆਪਾਂ ਕਹਿਣਾ, ਫਸਟ ਨੋਡ ਨੂੰ ਕੀ ਮੰਨਣਾ ਆਪਾਂ, ਟੌਪ ਮੰਨਣਾ, ਠੀਕ ਹੈ ਜੀ। ਤਾਂ ਕਹਿੰਦਾ ਟੌਪ ਮੋਸਟ ਨੋਡ ਇਨ ਦਾ ਸਟੈਕ ਆਲਵੇਜ਼ ਕੰਟੇਨ ਨਲ, ਤਾਂ ਉਹਦੇ ਵਿੱਚ ਨਲ ਤਾਂ ਹੁੰਦਾ ਕਿਉਂਕਿ ਇੱਥੇ ਪਤਾ ਲੱਗ ਜੇ ਨਾ ਵੀ ਐਂਡ ਹੋ ਰਿਹਾ ਉਹਦਾ, ਠੀਕ ਹੈ ਜੀ, ਕਲੀਅਰ ਹੈ। ਅੱਛਾ, ਹੁਣ ਲਾਸਟ ਦੇ ਵਿੱਚ ਆਪਾਂ ਐਪਲੀਕੇਸ਼ਨ ਪੜ੍ਹਦੇ ਹਾਂ ਵੀ ਸਟੈਕ ਦੇ ਵਿੱਚ ਕਿਹੜੀ ਕਿਹੜੀ ਐਪਲੀਕੇਸ਼ਨਸ ਹੁੰਦੀਆਂ ਨੇ, ਸਟੈਕ ਵਰਤਿਆ ਕਿੱਥੇ ਜਾਂਦਾ ਹੈ। ਸਟ੍ਰਿੰਗ ਨੂੰ ਰਿਵਰਸ ਕਰਨ ਵਾਸਤੇ, ਸਟ੍ਰਿੰਗ ਕੀ ਹੁੰਦਾ, ਮੰਨ ਲਓ ਸਟ੍ਰਿੰਗ ਮਤਲਬ ਕੀ ਆਰਾਮ, ਰਾਮ ਕੀ ਇੱਕ ਸਟ੍ਰਿੰਗ ਹੈ, ਸਿੰਗਲ ਆਰ ਦਾ ਮਤਲਬ ਕਰੈਕਟਰ ਹੁੰਦਾ, ਕਲੈਕਸ਼ਨ ਆਫ ਕਰੈਕਟਰਸ ਨੂੰ ਕੀ ਕਹਿੰਦੇ ਆ, ਸਟ੍ਰਿੰਗ ਕਹਿ ਦਿੰਦੇ ਆ। ਇਹਨੂੰ ਰਿਵਰਸ ਕਰਨਾ ਹੈ, ਕੀ ਕਰਨਾ, ਰਿਵਰਸ ਦਾ ਮਤਲਬ ਕਿ ਉਲਟਾ ਕਰਨਾ, MAR, ਉੱਥੇ ਕੀ ਵਰਤਿਆ ਜਾਊਗਾ ਰਾਜੇ, ਸਟੈਕ ਵਰਤਿਆ ਜਾਊਗਾ। ਅੱਗੇ ਹੈਗਾ ਜੀ ਪੈਰੇਂਥੀਸਿਸ ਚੈਕਿੰਗ, ਪੈਰੇਂਥੀਸਿਸ ਦਾ ਮਤਲਬ ਹੁੰਦਾ ਬ੍ਰੈਕਟ। ਜਿਵੇਂ ਮੈਂ ਤੁਹਾਨੂੰ ਕਹਿ ਦਵਾਂ 10 + 2 - 3 - 2 ਵੱਡੀ ਬ੍ਰੈਕਟ। ਹੁਣ ਇੱਥੇ ਆਪਾਂ ਇਹ ਐਕਸਪ੍ਰੈਸ਼ਨ ਨੂੰ ਸੋਲਵ ਕਰਨਾ, ਇੱਥੇ ਬ੍ਰੈਕਟਸ ਚੈੱਕ ਕਰਨੀਆਂ ਨੇ, ਉੱਥੇ ਕੀ ਵਰਤਿਆ ਜਾਊਗਾ, ਆਪਣਾ ਸਟੈਕ ਵਰਤਿਆ ਜਾਊਗਾ। ਰਿਕਰਸ਼ਨ, ਇਵੈਲੂਏਸ਼ਨ ਆਫ ਰਿਕਰਸ਼ਨ, ਰਿਕਰਸ਼ਨ ਇੱਕ ਛੋਟਾ ਜਿਹਾ ਸੀਗਾ ਟੌਪਿਕ, ਮੈਂ ਤੁਹਾਨੂੰ ਕਰਾਉਣਾ ਭੁੱਲ ਗਿਆ ਸੀ, ਇਹਦੇ ਵਿੱਚ ਮੈਂ ਦੱਸ ਦਿੰਦਾ। ਜਿਵੇਂ ਮੰਨ ਲਓ ਫੈਕਟੋਰੀਅਲ ਫਾਈਂਡ ਆਊਟ ਕਰਨਾ ਹੈ, 5 ਦਾ ਫੈਕਟੋਰੀਅਲ ਕੀ ਹੁੰਦਾ ਹੈ, ਫੈਕਟੋਰੀਅਲ ਦਾ ਮਤਲਬ ਸਮਝਦੇ ਹੋ, 5 × 4 × 3 × 2 × 1, ਉਹਨੂੰ ਕਹਿ ਦਿੰਦੇ ਆ ਰਿਕਰਸ਼ਨ। ਜਦੋਂ ਕੋਈ ਫੰਕਸ਼ਨ ਆਪਣੇ ਆਪ ਨੂੰ ਕਾਲ ਕਰਦਾ ਰਹਿੰਦਾ ਫੈਕਟੋਰੀਅਲ ਫਾਈਂਡ ਆਊਟ ਕਰਨ ਵਾਸਤੇ, ਉੱਥੇ ਵੀ ਸਟੈਕ ਵਰਤਿਆ ਜਾਂਦਾ। ਜਾਂ ਕੋਈ ਕਹਿੰਦਾ ਇਵੈਲੂਏਸ਼ਨ ਆਫ ਅਰਥਮੈਟਿਕ ਐਕਸਪ੍ਰੈਸ਼ਨ, ਜਿਵੇਂ ਮੰਨ ਲਓ ਅਰਥਮੈਟਿਕ ਜਿਹੜਾ ਇਹਨੂੰ ਸੋਲਵ ਕਰਨਾ, ਉੱਥੇ ਵੀ ਕੀ ਵਰਤਿਆ ਜਾਊਗਾ, ਤੁਹਾਡਾ ਸਟੈਕ ਵਰਤਿਆ ਜਾਊਗਾ। ਕੁਇਕ ਸੌਰਟ ਦੇ ਵਿੱਚ ਸੌਰਟਿੰਗ ਤੁਹਾਨੂੰ ਮੈਂ ਕਰਵਾਉਂਗਾ ਸਾਰੀਆਂ, ਬੱਬਲ ਸੌਰਟ ਕਰਵਾਉਂਗਾ, ਮਰਜ ਸੌਰਟ ਕਰਵਾਉਂਗਾ, ਕੁਇਕ ਸੌਰਟ ਕਰਵਾਉਂਗਾ, ਸਾਰੀਆਂ ਸੌਰਟ ਕਰਵਾਉਂਗਾ, ਸੌਰਟਿੰਗ ਟੈਕਨੀਕ ਕਰਾਉਂਗਾ, ਉਹ ਅੱਗੇ ਜਾ ਕੇ ਤੁਹਾਨੂੰ ਸਮਝ ਆ ਜਾਊਗੀ। ਤਾਂ ਯਾਦ ਰੱਖ ਲਿਓ ਇਹ ਸਟੈਕ ਕਿਤੇ ਕਿਤੇ ਵਰਤਿਆ ਜਾਂਦਾ ਹੈ। ਤਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਸਟੈਕ ਦੇ ਵਿੱਚ ਇੱਕ ਚੀਜ਼ ਪੜ੍ਹਨੀ ਹੈ, ਨੋਟੇਸ਼ਨ। ਜਿਵੇਂ ਤੁਸੀਂ ਪੜਿਆ ਹੋਊਗਾ ਪ੍ਰੀ ਫਿਕਸ ਨੋਟੇਸ਼ਨ, ਪੋਸਟ ਫਿਕਸ ਨੋਟੇਸ਼ਨ, ਇਨਫਿਕਸ ਨੋਟੇਸ਼ਨ, ਇਹ ਸਾਰੀਆਂ ਨੋਟੇਸ਼ਨਸ ਪੜ੍ਹਨੀਆਂ ਨੇ, ਕਾਫੀ ਇੰਪੋਰਟੈਂਟ ਨੇ। ਮੈਂ ਅੱਜ ਹੁਣੇ ਵੀਡੀਓ ਪਾ ਰਿਹਾ, ਲਗਾਤਾਰ ਚੱਲ ਰਿਹਾ ਕੰਮ। ਮੈਂ ਥੋੜੀ ਜਿਹੀ ਬਸ ਬ੍ਰੇਕਫਾਸਟ ਕਰ ਲਾਂ ਬੇਟੇ, ਮੈਂ ਕੀਤਾ ਨਹੀਂ ਹਜੇ, ਬਹੁਤ ਟਾਈਮ ਹੋ ਗਿਆ। ਤੇ ਇਸ ਤੋਂ ਬਾਅਦ ਤੁਹਾਨੂੰ ਮੈਂ ਅਗਲੀ ਵੀਡੀਓ ਪਾਉਂਗਾ। ਤੇ ਲਗਭਗ ਤੁਹਾਡਾ ਅੱਜ ਮੈਂ ਕੋਸ਼ਿਸ਼ ਹੈ ਮੇਰਾ ਡਾਟਾ ਸਟਰਕਚਰ ਤੁਹਾਨੂੰ ਮੈਂ ਖਤਮ ਕਰ ਦਵਾਂ। ਬਾਕੀ ਨੋਟਸ ਬਾਰੇ ਜਾਣਕਾਰੀ ਤੁਹਾਨੂੰ ਪਤਾ ਹੀ ਹੈ, ਬਾਕੀ ਦੱਸ ਦਿਓ ਅੱਗੇ ਵੀ ਬੱਚਿਆਂ ਨੂੰ ਜਿਹੜੇ ਪੁੱਛਦੇ ਆ ਕੋਈ ਨੋਟਸ ਤੁਹਾਡੇ ਕਲਰਕ ਦੇ ਜਾਂ ਕਲਰਕ ਆਈਡੀ ਦੇ, ਤੁਹਾਨੂੰ ਮਿਲ ਜਾਣਗੇ। ਤੇ ਆਈ ਹੋਪ ਤੁਹਾਨੂੰ ਸਮਝ ਲੱਗ ਰਿਹਾ ਹੋਊਗਾ ਬੇਟੇ, ਮੈਂ ਫਾਸਟ ਨਹੀਂ ਕਰ ਰਿਹਾ ਬਟ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਜੇ ਫਾਸਟ ਲੱਗੇ ਤੁਸੀਂ ਕਮੈਂਟ ਕਰ ਸਕਦੇ ਹੋ, ਆਪਾਂ ਥੋੜਾ ਜਿਹਾ ਸਲੋ ਕਰ ਦਾਂਗੇ। ਅਦਰਵਾਈਜ਼ ਸਮਝਣ ਦੀ ਕੋਸ਼ਿਸ਼ ਕਰਿਓ, ਬਸ ਸਮਝਣਾ ਹੈ, ਕਨਸੈਪਟ ਨੂੰ ਰੱਟੇ ਨਾ ਮਾਰਿਓ। ਤਾਂ ਸ਼ੁਕਰੀਆ, ਧੰਨਵਾਦ। ਬਸ ਲਾਈਕ ਜ਼ਰੂਰ ਕਰਕੇ ਜਾਇਆ ਕਰੋ, ਕਮੈਂਟ ਵੀ ਕਰਕੇ ਜਾਇਆ ਕਰੋ, ਤਾਂ ਜੋ ਮੈਨੂੰ એનર્ਜੀ ਮਿਲਦੀ ਰਹੇ ਤੇ ਆਪਾਂ ਖਤਮ ਕਰ ਦਈਏ ਡਾਟਾ ਸਟਰਕਚਰ ਅੱਜ ਦੀ ਡੇਟ ਦੇ ਵਿੱਚ। ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।